ਆਉਣ ਵਾਲੇ ਥੋੜੇ ਜਿਹੇ ਸਮੇਂ ਦੇ ਵਿੱਚ ਹੁਣ ਲਗਾਤਾਰ ਯੂਸਫ ਦੇ ਬਾਰੇ ਦੇਖਣਾ ਔਰ ਦੋ ਹਿੱਸੇ ਜਿਹੜੇ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਉਹ 37ਵੇਂ ਭਾਗ ਦੇ ਵਿੱਚ ਮੇਰੇ ਨਾਲ ਆਓ ਜਿਹੜਾ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ। ਮੈਂ ਦੋ ਚੀਜ਼ਾਂ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਆਪਣੇ ਬੰਦੇ ਦੇ ਨਾਲ ਕਿਸ ਤਰ੍ਹਾਂ ਪ੍ਰਭੂ ਨੇ ਉਸ ਨੂੰ ਆਪਣੇ ਭਰਾਵਾਂ ਤੋਂ ਵੱਖਰੇ ਕੀਤਾ ਆ। ਪ੍ਰਭੂ ਜੇ ਚਾਹੁੰਦਾ ਤਾਂ ਉਸ ਨੂੰ ਉਹ ਸੁਪਨਾ ਕਦੀ ਨਾ ਦਿਖਾਉਂਦਾ, ਉਹਨੂੰ ਉਹ ਚੀਜ਼ਾਂ ਕਦੀ ਨਾ ਦਿਖਾਉਂਦਾ। ਔਰ ਇਹ ਵੀ ਹੋ ਸਕਦਾ ਸੀ ਕਿ ਪ੍ਰਭੂ ਉਹਨੂੰ ਆਪ ਹੀ ਕਹਿ ਦਿੰਦਾ ਕਿ ਜਦ ਤੱਕ ਇਹ ਚੀਜ਼ਾਂ ਪੂਰੀਆਂ ਨਾ ਹੋ ਜਾਣ ਤੂੰ ਕਿਸੇ ਨੂੰ ਦੱਸੇ ਨਾ। ਲੇਕਿਨ ਨਹੀਂ, ਪ੍ਰਭੂ ਨੇ ਸਾਰੀਆਂ ਚੀਜ਼ਾਂ ਹੋ ਲੈਣ ਦਿੱਤੀਆਂ ਤਾਂ ਕਿ ਇੱਕ ਬਹੁਤ ਵੱਡਾ ਕੰਮ ਪ੍ਰਭੂ ਕਰਨ ਜਾ ਰਿਹਾ। ਔਰ ਅਗਰ ਉਹ ਕੰਮ ਨਹੀਂ ਕਰੇਗਾ ਤੇ ਇਹ ਕੌਮ, ਇਹ ਇਜ਼ਰਾइल ਦੀ ਕੌਮ ਕਦੀ ਨਹੀਂ ਬਣ ਸਕਦੀ ਸੀ। ਸੋ ਅਗਰ ਦੇਖੀਏ ਤਾਂ ਉਸਨੇ ਦੋ ਸੁਪਨੇ ਦੇਖੇ। ਇਸ ਦੇ ਵਿੱਚ ਉਸਨੇ ਆਪਣੇ ਬਾਪ ਨੂੰ ਦੱਸੇ ਔਰ ਬਾਪ ਨੇ ਉਸਨੇ ਦੇਖ ਲਿਆ ਸੀ ਕਿ ਉਸਦੇ ਬਾਕੀ ਦੇ ਜਿਹੜੇ ਪੁੱਤਰ ਆ ਉਹ ਇਸ ਚੀਜ਼ ਤੋਂ ਚੰਗਾ ਨਹੀਂ ਸਮਝਦੇ ਪਏ ਤਾਂ ਉਸਨੇ ਉਸਨੂੰ ਡਾਂਟਿਆ, ਝਿੜਕਿਆ। ਪਰ ਜਿਹੜੀ ਇੱਕ ਚੀਜ਼ ਆ ਉਹ 11ਵੀਂ ਆਇਤ। ਸੋ ਉਸਦੇ ਭਰਾ ਉਸਦੇ ਨਾਲ ਈਰਖਾ ਕਰਨ ਲੱਗੇ ਪਰ ਉਸਦੇ ਪਿਓ ਨੇ ਸਭ ਗੱਲਾਂ ਆਪਣੇ ਮਨ ਦੇ ਵਿੱਚ ਰੱਖੀਆਂ। ਔਰ ਅੱਗੇ ਜਾ ਕੇ ਅਸੀਂ ਜਿਸ ਲਈ ਇਹਨਾਂ ਚੀਜ਼ਾਂ ਦੇ ਬਾਰੇ ਪੜ੍ਹਨਾ ਆ, ਅਸੀਂ ਮਰੀਅਮ ਦੇ ਬਾਰੇ ਪੜ੍ਹਨਾ। ਪ੍ਰਭੂ ਯਿਸੂ ਮਸੀਹ ਦੀ ਮਾਂ ਮਰੀਅਮ ਨੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਮਨ ਦੇ ਵਿੱਚ ਰੱਖੀਆਂ। ਉਸਦੇ ਬਾਪ ਨੂੰ ਕੁਝ ਦਿਖਾਈ ਦਿੰਦਾ ਪਿਆ ਲੇਕਿਨ ਉਸਨੇ ਆਪਣੇ ਪੁੱਤਰਾਂ ਦੇ ਸਾਹਮਣੇ ਝਿੜਕਿਆ ਤਾਂ ਕਿ ਇਹ ਗੱਲ ਕਿਸੇ ਪਾਸੇ ਹੋ ਜਾਏ, ਪੁੱਤਰਾਂ ਦੇ ਵਿੱਚ ਆਪਸ ਦੇ ਵਿੱਚ ਝਗੜਾ ਨਾ ਪਏ। ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਹਨੇ ਮੁਸੀਬਤ ਆਪ ਹੀ ਖੜੀ ਕਰ ਲਈ ਆ, ਜਿਸ ਲਈ ਉਸਨੇ ਵੱਖਰੇ ਵੱਖਰੇ ਰੰਗਾਂ ਦਾ ਕੁੜਤਾ ਉਸਦੇ ਪਵਾਇਆ। ਸੋ ਉਸਨੇ ਉਹ ਸ਼ੁਰੂਆਤ ਤਾਂ ਆਪ ਹੀ ਕੀਤੀ ਸੀ। ਲੇਕਿਨ ਅੱਗੇ ਜਾ ਕੇ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਤਾਂ ਉਹਨਾਂ ਨੇ ਇਹ ਚੀਜ਼ ਤੈਅ ਕਰ ਲਈ ਕਿ ਅਸੀਂ ਏਦਾਂ ਕਰਦੇ ਹਾਂ ਕਿ ਅਸੀਂ ਜਿੱਥੇ ਉਹ ਭੇਡਾਂ ਚਾਰਦੇ ਪਏ ਸੀ, ਹੈਬਰੋਨ ਦੀ ਵਾਦੀ ਦੇ ਵਿੱਚ ਉਹ ਭੇਡਾਂ ਚਾਰਦੇ ਪਏ ਸੀ, ਉਹ ਕਹਿੰਦੇ ਏਦਾਂ ਕਰਦੇ ਹਾਂ, ਇੱਥੋਂ ਅਸੀਂ ਚੱਲਦੇ। ਪਰ ਦੇਖੋ ਮੇਰੇ ਨਾਲ ਉਹ ਸ਼ਕਮ ਦੇ ਇਲਾਕੇ ਦੇ ਵਿੱਚ ਸੀ, ਉੱਥੋਂ ਅੱਗੇ ਚਲੇ ਗਏ। ਮੇਰੇ ਨਾਲ 15ਵੀਂ ਆਇਤ ਦੇ ਵਿੱਚ ਆ ਜਾਓ। ਪਿਤਾ ਨੇ ਉਸਨੂੰ ਘੱਲਿਆ ਆ ਔਰ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ 37ਵੀਂ ਆਇਤ ਦੇ ਵਿੱਚ ਦੇਖਦੇ ਹਾਂ ਕਿ ਯੂਸਫ ਉੱਥੋਂ ਸ਼ਕਮ ਦੇ ਇਲਾਕੇ ਦੇ ਵਿੱਚ ਗਿਆ। ਠੀਕ, ਜਦੋਂ ਉਹ ਇੱਧਰ ਉੱਧਰ ਆਪਣੇ ਭਰਾਵਾਂ ਦੀ ਖੋਜ ਦੇ ਵਿੱਚ ਫਿਰ ਰਿਹਾ ਸੀ ਤਾਂ ਇੱਕ ਆਦਮੀ ਨੇ ਉਸਨੂੰ ਪੁੱਛਿਆ, ਕਿਸ ਨੂੰ ਲੱਭਦਾ ਪਿਆ? ਯੂਸਫ ਨੇ ਉੱਤਰ ਦਿੱਤਾ, ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਜੇਕਰ ਤੁਸੀਂ ਉਹਨਾਂ ਨੂੰ ਭੇਡਾਂ ਦੇ ਨਾਲ ਕਿਤੇ ਦੇਖਿਆ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ। ਅੱਛਾ, ਹੁਣ ਜੇ ਉਹ ਸਧਾਰਨ ਬੰਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਇੱਧਰ ਨੂੰ ਗਏ, ਇਸ਼ਾਰਾ ਕਰਨਾ ਸੀ। ਲੇਕਿਨ ਉਹ ਪ੍ਰਭੂ ਦੀ ਆਪਣੀ ਹਜ਼ੂਰੀ ਆ ਉੱਥੇ ਖੜੀ। ਪ੍ਰਭੂ ਨੇ ਉਸਨੂੰ ਕਿਹਾ ਕਿ ਉਸ ਆਦਮੀ ਨੇ ਉੱਤਰ ਦਿੱਤਾ, ਉਹ ਇੱਥੋਂ ਚਲੇ ਗਏ ਹਨ। ਮੈਂ ਇਹ ਕਹਿੰਦੇ ਸੁਣਿਆ ਹੈ ਕਿ ਆਓ ਅਸੀਂ ਦੋਥਾਨ ਦੇ ਇਲਾਕੇ ਦੇ ਵੱਲ ਚੱਲੀਏ। ਇਸ ਲਈ ਯੂਸਫ ਆਪਣੇ ਭਰਾਵਾਂ ਦੇ ਪਿੱਛੇ ਗਿਆ ਅਤੇ ਅੰਤ ਉਹਨਾਂ ਨੂੰ ਦੋਥਾਨ ਦੇ ਵਿੱਚ ਲੱਭ ਗਿਆ। ਦੇਖੋ ਕਿੱਦਾਂ ਪ੍ਰਭੂ ਇਸ ਚੀਜ਼ ਨੂੰ ਗਾਈਡ ਕਰਦਾ ਪਿਆ। ਪ੍ਰਭੂ ਚਾਹੁੰਦਾ ਇਹ ਚੀਜ਼ ਹੋਏ। ਉਸ ਤੋਂ ਜਿਸ ਲਈ ਅਸੀਂ ਅੱਗੇ ਜਾਣੇ ਪਏ ਹਾਂ ਤੇ ਉਸਦੀ ਜਿਹੜੀ ਉਸਦੀ ਮਾਂ ਦੀ ਭੈਣ ਦੇ ਜੋ ਬੱਚੇ ਆ, ਜੋ ਲੀਆ ਦੇ ਬੱਚੇ ਆ, ਔਰ ਜੋ ਉਸਦੀ ਮਾਂ ਰੇਚਲ, ਉਹ ਆਪਣੀ ਮਾਂ ਰੇਚਲ ਤੋਂ ਦੂਸਰੀ ਤੋਂ ਉਹਨਾਂ ਨੂੰ ਪਤਾ ਆ, ਉਹਨਾਂ ਭਰਾਵਾਂ ਨੂੰ ਪਤਾ ਆ ਕਿ ਸਾਰੀ ਉਮਰ ਸਾਡੀ ਮਾਂ ਦੇ ਨਾਲ ਇੱਕ
ਸਟੈਪ ਡਾਊਨ ਬਿਹੇਵੀਅਰ ਹੋਇਆ। ਉਸਨੂੰ ਕਦੀ ਵੀ ਸਾਡੇ ਬਾਪ ਨੇ ਉਸ ਤਰ੍ਹਾਂ ਨਹੀਂ ਕਬੂਲਿਆ ਜਿਸ ਤਰ੍ਹਾਂ ਸਾਡੇ ਬਾਪ ਨੇ ਇਸ ਦੀ ਮਾਂ ਨੂੰ ਕਬੂਲਿਆ। ਲੇਕਿਨ ਦੇਖੋ ਉਹਨਾਂ ਦੇ ਵਿੱਚ ਵੀ ਪ੍ਰਭੂ ਦੋਵਾਂ ਦੇ ਵਿੱਚ ਉਹ ਦੋਵਾਂ ਦੇ ਮਨਾਂ ਨੂੰ ਉਹ ਬਦਲਦਾ ਪਿਆ। ਸੋ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਸਭ ਤੋਂ ਵੱਡਾ ਜਿਹੜਾ ਰੌਬੇਨ ਆ ਉਹ, ਔਰ ਉਸ ਨੂੰ ਬਾਰ-ਬਾਰ ਕਹਿ ਰਿਹਾ ਕਿ ਅਸੀਂ ਆਪਣੇ ਭਰਾ ਦੇ ਖੂਨ ਦੇ ਨਾਲ ਆਪਣੇ ਹੱਥ ਨਹੀਂ ਰੰਗ ਸਕਦੇ, ਅਸੀਂ ਇਹ ਕੰਮ ਨਹੀਂ ਕਰ ਸਕਦੇ। ਔਰ ਦੂਸਰਾ ਹੈ ਯਹੂਦਾ, ਔਰ ਪ੍ਰਭੂ ਨੇ ਯਹੂਦਾ ਉਸ ਨੂੰ ਬਚਾਉਣਾ ਚਾਹੁੰਦਾ ਹੈ। ਉਹ ਉੱਥੇ ਰਹਿ ਕੇ ਉਸ ਨੂੰ ਪ੍ਰੋਟੈਕਟ ਕਰ ਰਿਹਾ ਆਪਣੇ ਭਰਾਵਾਂ ਤੋਂ। ਸੋ ਪ੍ਰਭੂ ਨੇ ਇੱਥੇ ਉਸ ਨੂੰ ਰਸਤਾ ਦਿਖਾਇਆ। ਔਰ ਦੇਖੋ ਉਸੇ ਘਰਾਣੇ ਦਾ ਕੰਮ ਫੇਰ ਚੱਲਦਾ ਪਿਆ। ਅਗਲੀ ਚੀਜ਼ ਜਿਹੜੀ ਹੋ ਰਹੀ ਆ ਉਸ ਨੂੰ ਅਸੀਂ ਦੇਖਦੇ ਹਾਂ ਕਿ ਇਸ਼ਮਾਇਲੀਆਂ ਦਾ ਇੱਕ ਜਿਹੜੇ ਵਪਾਰੀ ਆ ਉਹ ਆ ਰਹੇ, ਔਰ ਇਸ਼ਮਾਇਲੀ ਜਿਹੜੇ ਹੈਗੇ ਆ ਉਹ ਇਸਹਾਕ ਤੇ ਇਸ਼ਮਾਇਲ ਜਿਹੜੇ ਸੀ ਅਬਰਾਹਮ ਦੇ ਦੋ ਪੁੱਤਰ ਸੀ। ਸੋ ਪ੍ਰਭੂ ਇਸ਼ਮਾਇਲ ਦੇ ਘਰਾਣੇ ਨੂੰ ਵਰਤਦਾ ਪਿਆ, ਉਸ ਨੂੰ ਉਸ ਜਗ੍ਹਾ ਤੇ ਪਹੁੰਚਾਉਣ ਦੇ ਲਈ ਜਿੱਥੇ ਪ੍ਰਭੂ ਨੇ ਉਸ ਨੂੰ ਪਹੁੰਚਾਉਣਾ ਹੈ। ਪ੍ਰਭੂ ਨੂੰ ਸਭ ਕੁਝ ਪਤਾ ਕਿ ਆਉਣ ਵਾਲੇ ਦਿਨਾਂ 'ਚ ਉਹ ਕੀ ਕਰਨ ਜਾ ਰਿਹਾ, ਔਰ ਇਹਨਾਂ ਨੂੰ ਕਿਸ ਤਰ੍ਹਾਂ ਪ੍ਰਭੂ ਇੱਕ ਵੱਡੀ ਕੌਮ ਬਣਾਉਣ ਜਾ ਰਿਹਾ। ਜਿਹੜੀ ਇੱਥੇ ਸਾਰੀ ਦੀ ਸਾਰੀ ਚੀਜ਼ ਆ ਉਹ ਇਹ ਆ ਕਿ ਪ੍ਰਭੂ ਦਾ ਟੀਚਾ ਕੀ ਆ, ਔਰ ਉਸ ਟੀਚੇ ਦੇ ਵਿੱਚ ਉਹ ਕੰਮ ਕਿੱਦਾਂ ਕਰਦਾ ਪਿਆ, ਕਿਸ ਤਰੀਕੇ ਦੇ ਨਾਲ ਉਹ ਸਾਰੇ ਉਹ ਕੰਮ ਕਰਦਾ ਪਿਆ, ਕਿਸ ਤਰੀਕੇ ਦੇ ਨਾਲ ਉਹ ਇਨਸਾਨਾਂ ਨੂੰ ਯੂਜ਼ ਕਰਦਾ ਪਿਆ, ਕਿਸ ਤਰੀਕੇ ਦੇ ਨਾਲ ਉਹ ਕੌਮਾਂ ਨੂੰ ਯੂਜ਼ ਕਰਦਾ ਪਿਆ ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ। ਸੋ ਅਸੀਂ ਇੱਥੇ ਜਿਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਆਉਂਦੇ ਹਾਂ ਤੇ ਇੱਥੇ ਸਭ ਤੋਂ ਪਿਆਰੀ ਚੀਜ਼ ਜਿਹੜੀ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਉਸੇ ਸਾਰੇ ਦੇ ਸਾਰੇ ਖਾਨਦਾਨ ਨੂੰ ਯੂਜ਼ ਕਰਦਾ ਪਿਆ। ਅਬਰਾਹਮ ਦੇ ਸਾਰੇ ਖਾਨਦਾਨ ਨੂੰ ਇੱਥੇ ਯੂਜ਼ ਕਰਦਾ ਪਿਆ। ਉਹਨਾਂ ਨੇ ਇਸ਼ਮਾਇਲੀਆਂ ਦੇ ਕੋਲ ਉਸ ਨੂੰ ਵੇਚ ਦਿੱਤਾ। ਔਰ ਅਸੀਂ ਜਿਸ ਵੇਲੇ ਇਹਦੀ 36ਵੀਂ ਆਇਤ ਦੇ ਉੱਤੇ ਆਏ ਹਾਂ ਤੇ ਅਸੀਂ 1698 ਸਾਲ ਤੱਕ ਪਹੁੰਚ ਚੁੱਕੇ ਹਾਂ ਮਸੀਹ ਯਸੂ ਦੇ ਆਉਣ ਤੋਂ ਪਹਿਲਾਂ। ਪ੍ਰਭੂ ਯਸੂ ਮਸੀਹ ਦੇ ਜਨਮ ਤੋਂ 1698 ਸਾਲ ਜਿਹੜੇ ਆ ਅਸੀਂ ਉਸ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਹਾਂ। ਨਾਓ ਹੁਣ ਅਸੀਂ ਗਾਂ ਜਾ ਕੇ ਯਹੂਦਾ ਔਰ ਤਮਾਰ ਦੇ ਬਾਰੇ ਪੜ੍ਹਿਆ, ਔਰ ਸਾਨੂੰ ਇੱਥੋਂ ਇਹ ਦਿਖਾਈ ਦੇ ਰਿਹਾ ਕਿ ਜਿਹਦੇ ਕੋਲ ਬਰਕਤ ਆਉਣੀ ਆ, ਹੁਣ ਦੋਵਾਂ ਦੇ ਉੱਤੇ ਸਾਰਾ ਫੋਕਸ ਹੋ ਗਿਆ। ਇੱਥੇ ਆ ਕੇ ਵਚਨ ਦਾ ਜਿਹੜਾ ਫੋਕਸ ਆ ਉਹ ਦੋ ਪੁੱਤਰਾਂ ਤੇ ਹੋ ਗਿਆ। ਪਿੱਛੇ ਅਸੀਂ ਹਮੇਸ਼ਾ ਦੇਖਦੇ ਆਏ ਹਾਂ ਕਿ ਜਿਹੜਾ ਫੋਕਸ ਸੀ ਉਹ ਇੱਕ ਪੁੱਤਰ ਤੇ ਹੁੰਦਾ ਸੀ ਜਿਹਦੇ ਕੋਲ ਬਰਕਤ ਹੁੰਦੀ ਸੀ, ਲੇਕਿਨ ਹੁਣ ਦੋਵਾਂ ਦੇ ਉੱਤੇ, ਇੱਕ ਜਿਹਨੂੰ ਬਰਕਤ ਮਿਲਣੀ ਆ ਔਰ ਦੂਸਰਾ ਜਿਸਨੇ ਉਹ ਸਾਰੇ ਫੁੱਟ ਸਟੈਪਸ ਵਿਛਾਉਣੇ ਹੈਗੇ ਆ ਜਿਹਦੇ ਨਾਲ ਇਹਨਾਂ ਨੇ ਇੱਕ ਵੱਡੀ ਕੌਮ ਬਣਨਾ। ਇਹਨਾਂ ਨੇ ਇੱਕ ਵੱਡੀ ਕੌਮ ਬਣਨਾ। ਸੋ ਅਸੀਂ ਦੇਖਦੇ ਪਏ ਹਾਂ ਕਿ ਇਧਰੋਂ ਯਹੂਦਾ ਤੇ ਤਮਾਰ ਤੋਂ ਬੱਚੇ ਪੈਦਾ ਹੋ ਗਏ, ਔਰ ਪ੍ਰਭੂ ਯਿਸੂ ਮਸੀਹ ਦੀ ਲਾਈਨ ਦੇ ਵਿੱਚ ਅਗਲਾ ਜਿਹੜਾ ਬੰਦਾ ਆ ਉਹ ਪੈਦਾ ਹੋ ਚੁੱਕਾ, ਉਸਦਾ ਨਾਮ ਪਾਰਸ ਆ। ਔਰ ਸਾਨੂੰ ਇੱਥੇ ਤੱਕ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਉਹਨਾਂ ਦੀ ਜਿਹੜੀ ਜਨਮ ਦੀ ਜਿਹੜੀ ਸਾਰੀ ਦੀ ਸਾਰੀ ਲਾਈਨ ਆ, ਉਹਨਾਂ ਦੇ ਵਿੱਚ ਪਹਿਲੀ ਔਰਤ ਤਮਾਰ ਜੋ ਇੱਕ ਦੁਖੀਆ ਔਰਤ ਆ, ਔਰ ਪ੍ਰਭੂ ਨੇ ਉਸ ਨੂੰ ਬਰਕਤ ਦੇ ਕੇ ਸਿਰਫ ਇਹ ਨਹੀਂ ਕਿ ਉਸ ਨੂੰ ਇਹ ਬਰਕਤ ਦਿੱਤੀ ਕਿ ਉਹ ਪ੍ਰਭੂ ਯਿਸੂ ਮਸੀਹ ਦੀ ਲਾਈਨ ਦੇ ਵਿੱਚੋਂ ਅਗਲਾ ਵਾਰਿਸ ਪੈਦਾ ਕਰੇ, ਪਰ ਇਹ ਬਰਕਤ ਦਿੱਤੀ ਕਿ ਉਹਦਾ ਨਾਮ ਵੀ ਲਿਖਿਆ ਜਾਏ।
ਉਹਦਾ ਨਾਮ ਵੀ ਲਿਖਿਆ ਜਾਏ। ਹਰ ਲਿਨੀਅਜ, ਜਿੰਨੀਆਂ ਵੀ ਤੁਸੀਂ ਲਿਨੀਅਜ ਪੜ੍ਹੋਗੇ, ਹੋਰ ਲਿਨੀਅਜ ਪੜ੍ਹੋਗੇ, ਏਦਾਂ ਦੀ ਜਿਹੜੀ ਹੁੰਦੀ ਆ, ਏਦਾਂ ਦੀ ਜੋ ਅਗਰ ਹਰਕਤ ਹੋ ਰਹੀ ਹੈ ਕਿਤੇ, ਤਾਂ ਉਸਨੂੰ ਲੁਕੋਇਆ ਜਾਂਦਾ। ਇੱਥੇ ਲੁਕੋਇਆ ਨਹੀਂ ਜਾ ਰਿਹਾ, ਇੱਥੇ ਉਸਨੂੰ ਪ੍ਰਗਟ ਕੀਤਾ ਜਾ ਰਿਹਾ। ਔਰ ਪ੍ਰਗਟ ਕਰਨ ਦੇ ਨਾਲ ਜਿਹੜੀ ਦੂਸਰੀ ਚੀਜ਼ ਅਸੀਂ ਦੇਖ ਰਹੇ ਹਾਂ ਕਿ ਪ੍ਰਭੂ ਕਿਸੇ ਦਾ ਹੱਕ ਨਹੀਂ ਰੱਖਦਾ। ਪ੍ਰਭੂ ਕਿਸੇ ਦਾ ਹੱਕ ਨਹੀਂ ਰੱਖਦਾ, ਠੀਕ। ਔਰ ਜਿਹੜੀ ਅਗਲੀ ਸਭ ਤੋਂ ਵੱਡੀ ਚੀਜ਼ ਅਸੀਂ ਇਸ ਵਚਨ ਦੇ ਵਿੱਚ ਇੱਥੇ ਦੇਖਦੇ ਪਏ ਹਾਂ ਕਿ ਅਗਰ ਅਸੀਂ ਹੁਣ ਯਾਕੂਬ ਦੇ ਵੱਲ ਦੇਖੀਏ, ਇਜ਼ਰਾਈਲ ਦੇ ਵੱਲ ਦੇਖੀਏ, ਤਾਂ ਉਸ ਦੇ ਲਈ ਤਾਂ ਪੁੱਤਰ ਮਰ ਚੁੱਕਾ ਕਿ ਨਹੀਂ। ਉਹਦੀਆਂ ਅੱਖਾਂ ਤੋਂ ਵੀ ਦੂਰ, ਉਹਦੇ ਸ਼ਬਦਾਂ ਤੋਂ ਵੀ ਦੂਰ। ਲੇਕਿਨ ਇੰਨੇ ਦੁੱਖ ਦੇ ਵਿੱਚ ਕੀ ਪ੍ਰਭੂ ਆਪਣੇ ਲੋਕਾਂ ਨੂੰ ਕੱਢ ਸਕਦਾ, ਲਿਜਾ ਸਕਦਾ? ਆਫ ਕੋਰਸ। ਟੀਚਾ ਕੀ ਆ? ਟੀਚਾ ਕੀ ਆ? ਉਹਨੇ ਪਹੁੰਚਾਉਣਾ ਕਿੱਥੇ ਆ? ਦੈਟ ਇਜ਼ ਦ ਮੇਨ ਥਿੰਗ। ਸਾਡੀ ਮੁਸੀਬਤ ਕੀ ਹੈ ਕਿ ਅਸੀਂ ਅੱਜ ਦੇਖਦੇ ਹਾਂ ਔਰ ਅਸੀਂ ਬੀਤਾ ਕੱਲ ਦੇਖਦੇ ਹਾਂ। ਅੱਜ ਜੋ ਹੋ ਰਿਹਾ ਉਸ ਨੂੰ ਦੇਖਦੇ ਪਏ ਹਾਂ, ਜੋ ਬੀਤੇ ਕੱਲ ਆ ਉਸ ਨੂੰ ਦੇਖਦੇ ਪਏ ਹਾਂ। ਪਰ ਪ੍ਰਭੂ ਸਾਡੇ ਆਉਣ ਵਾਲੇ ਕੱਲ ਨੂੰ ਵੀ ਦੇਖਦਾ, ਆਉਣ ਵਾਲੇ ਕੱਲ ਨੂੰ ਵੀ ਦੇਖਦਾ ਪਿਆ। ਇਹ ਯੂਸਫ ਦਾ ਜਿਹੜਾ ਪੁੱਤਰ ਆ, ਉਹਦੇ ਆਪਣੇ ਹਿਸਾਬ ਦੇ ਨਾਲ ਮਰਿਆ ਆ, ਉਹਦੇ ਭਰਾਵਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪਤਾ ਕਿ ਉਹ ਪਤਾ ਨਹੀਂ ਕਿੱਥੇ ਚਲਾ ਗਿਆ, ਪਰ ਉਹ ਜਿਉਂਦਾ ਆ। ਉਹਨਾਂ ਨੂੰ ਪਤਾ ਇਸ ਚੀਜ਼ ਦਾ। ਪਰ ਇਹ ਸਭ ਕੁਛ ਹੁੰਦਿਆਂ ਹੋਇਆਂ ਵੀ ਪ੍ਰਭੂ ਇੱਕ ਵੱਡਾ ਕੰਮ ਕਰਨ ਜਾ ਰਿਹਾ, ਜਿਹੜਾ ਉਹਨਾਂ ਦੇ ਭਰਾਵਾਂ ਦੀ ਸਮਝ ਤੋਂ ਵੀ ਬਾਹਰ ਆ। ਔਰ ਯਾਕੂਬ ਦਾ ਵਿਚਾਰਾ ਰੋਂਦਾ ਪਿਆ, ਉਹ ਤਾਂ ਰੋਂਦਾ ਪਿਆ। ਸੋ 1696 ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ। 39ਵਾਂ ਭਾਵ ਔਰ ਯੂਸਫ ਨੂੰ ਪੋਟੀਫਰ ਨੇ ਖਰੀਦ ਲਿਆ, ਉਸਨੇ ਖਰੀਦ ਲਿਆ ਔਰ ਹੁਣ ਉਸਨੂੰ ਉਹਦੇ ਲਈ 2 ਸਾਲ ਕੰਮ ਕਰਦੇ ਨੂੰ ਹੋ ਚੁੱਕੇ ਆ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 6 ਆਇਤਾਂ ਪਹਿਲਾਂ ਦੇਖਾਂਗੇ। ਮੈਂ ਪੜ੍ਹ ਦੂੰਗਾ ਪਾਸਟਰ ਜੀ। ਗੋ ਹੈਡ ਮੇਰਾ ਵੀਰ। ਯੂਸਫ ਅਤੇ ਪੋਟੀਫਰ ਦੀ ਔਰਤ। ਸੋ ਇਸਮਾਈਲੀ ਯੂਸਫ ਨੂੰ ਮਿਸਰ ਵਿੱਚ ਲੈ ਗਏ। ਉੱਥੇ ਉਸ ਇੱਕ ਪੋਟੀਫਰ ਨਾਂ ਦੇ ਮਿਸਰੀ ਨੇ ਉਹਨਾਂ ਕੋਲੋਂ ਖਰੀਦ ਲਿਆ। ਪੋਟੀਫਰ ਮਿਸਰ ਦੇ ਰਾਜਾ ਫਿਰੌਨ ਦਾ ਇੱਕ ਉੱਚਾ ਅਫਸਰ ਸੀ। ਉਸਦੇ ਹੱਥਾਂ ਵਿੱਚ ਰਾਜ ਤੇ ਨਿਆਂ ਦਾ ਸਾਰਾ ਪ੍ਰਬੰਧ ਸੀ। ਯੂਸਫ ਨਾਲ ਪ੍ਰਭੂ ਪਰਮੇਸ਼ਵਰ ਸੀ, ਇਸ ਲਈ ਇਹ ਸਭ ਕੁਝ ਉਸਦੇ ਭਲੇ ਲਈ ਹੀ ਹੋ ਰਿਹਾ ਸੀ। ਉਸਨੇ ਪੋਟੀਫਰ ਆਪਣੇ ਮਾਲਕ ਦੇ ਘਰ ਰਹਿਣਾ ਸ਼ੁਰੂ ਕਰ ਦਿੱਤਾ। ਉਸਦੇ ਮਾਲਕ ਨੇ ਦੇਖਿਆ ਕਿ ਯੂਸਫ ਦੇ ਸੰਗ ਪ੍ਰਭੂ ਹੈ, ਕਿਉਂਕਿ ਉਸਦਾ ਹਰ ਕੰਮ ਸਫਲ ਹੁੰਦਾ ਸੀ। ਇਸ ਤੋਂ ਅਤੇ ਯੂਸਫ ਦੀ ਸੇਵਾ ਨੂੰ ਦੇਖ ਕੇ ਪੋਟੀਫਰ ਉਸ ਨਾਲ ਬਹੁਤ ਖੁਸ਼ ਹੋਇਆ। ਇਸੇ ਖੁਸ਼ੀ ਵਿੱਚ ਉਸਨੇ ਯੂਸਫ ਦੇ ਹੱਥਾਂ ਵਿੱਚ ਆਪਣੇ ਸਾਰੇ ਘਰ ਦਾ ਕਾਰੋਬਾਰ ਦੇ ਦਿੱਤਾ। ਉਸ ਸਮੇਂ ਤੋਂ ਲੈ ਕੇ ਪਰਮੇਸ਼ਵਰ ਨੇ ਵੀ ਮਿਸਰੀ ਪੋਟੀਫਰ ਦੇ ਘਰ ਨੂੰ ਯੂਸਫ ਦੇ ਕਾਰਨ ਬਹੁਤ ਬਰਕਤ ਦਿੱਤੀ। ਪੋਟੀਫਰ ਨੇ ਸਵਾਏ ਆਪਣੇ ਖਾਣ ਦੇ ਆਪਣੇ ਘਰ ਦੀ ਹਰ ਚੀਜ਼ ਅਤੇ ਕੰਮ ਯੂਸਫ ਨੂੰ ਸੌਂਪ ਦਿੱਤਾ। ਯੂਸਫ ਹੁਣ ਅਸੀਂ ਦੇਖਦੇ ਹਾਂ, ਬਸ ਇੱਥੇ ਠੀਕ ਹੈ ਬ੍ਰਦਰ ਜੀ, ਇੱਥੇ ਠੀਕ ਹੈ, ਥੈਂਕ ਯੂ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਹੁਣ ਜਿਹੜਾ ਇੱਕ ਸਲੇਵ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਸੀ, ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਭੂ ਨੇ ਉਸਨੂੰ ਉੱਥੋਂ ਕੱਢਿਆ ਔਰ ਕਿੱਦਾਂ ਉਸਨੇ ਪੋਟੀਫਰ ਜਿਹੜਾ ਸਭ ਤੋਂ, ਦੇਖੋ ਇਹ ਉਹ ਇਨਸਾਨ ਜਿਹੜਾ ਉੱਥੇ ਦੇ ਰਾਜੇ ਦੇ ਫੈਰੋ ਦੇ ਸਭ ਤੋਂ ਨਜ਼ਦੀਕ ਜੀ, ਉਹ ਉਸਨੂੰ ਜਾ ਕੇ ਇਸ਼ਮਾਈਲੀਆਂ ਨੇ ਵੇਚਿਆ ਵੀ, ਤੇ ਦੇਖੋ ਪ੍ਰਭੂ ਨੇ ਉਸਨੂੰ ਕਿਸ ਘਰ ਦੇ ਵਿੱਚ ਪਹੁੰਚਾਇਆ। ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ 1696 ਤੋਂ ਲੈ ਕੇ ਉਸਨੇ ਅਗਲੇ ਆਲਮੋਸਟ ਤੁਸੀਂ ਇਹ ਕਹਿ ਲਓ ਕਿ 1690 ਤੱਕ
उसने ਉਹਦੇ ਘਰ काम ਕੀਤਾ 6 ਸਾਲ ਹੋ ਗਏ ਉਸਨੂੰ ਕੰਮ ਕਰਦੇ। ਇਹ 6 ਆਇਤਾਂ ਦੇ ਵਿੱਚ 6 ਸਾਲ ਉਸਨੂੰ 6 ਸਾਲ ਉਹਦੇ ਘਰ ਦੇ ਵਿੱਚ ਕੰਮ ਕਰਦੇ ਨੂੰ ਹੋ ਗਿਆ। ਔਰ ਉਹ ਜਿਹੜੀ ਚੀਜ਼ ਨੂੰ ਵੀ ਛੂੰਦਾ, ਜਿਹੜੀ ਵੀ ਚੀਜ਼ ਨੂੰ ਛੂੰਦਾ, ਪ੍ਰਭੂ ਉਹਨੂੰ ਬਰਕਤ ਦਿੰਦਾ। ਜਿਹੜਾ ਕੰਮ ਉਹ ਕਰਦਾ ਪਿਆ ਪ੍ਰਭੂ ਉਹਨੂੰ ਬਰਕਤ ਦਿੰਦਾ। ਔਰ ਪ੍ਰਭੂ ਨੇ ਉਸਨੂੰ ਇੱਥੇ ਤੱਕ ਬੁੱਧ ਦਿੱਤੀ ਕਿ ਉਸਨੇ ਇਜਿਪਸ਼ੀਅਨ ਲੈਂਗੁਏਜ ਜਿਹੜੀ ਸੀ ਉਹ ਵੀ ਸਿੱਖ ਲਈ, ਜਿਸ ਦੇ ਨਾਲ ਉਸਨੇ ਸਾਰਾ ਜਿਹੜਾ ਘਰ ਦਾ ਔਰ ਸਾਰਾ ਉਸਦੇ ਖੇਤਾਂ ਦਾ ਜੋ ਹਿਸਾਬ ਕਿਤਾਬ ਸੀ ਉਸਨੇ ਉਸਨੂੰ ਸੈੱਟ ਕਰ ਦਿੱਤਾ। ਔਰ ਉਸਨੇ ਵੀ ਇੰਨਾ ਯਕੀਨ ਕੀਤਾ, ਉਸਨੇ ਆਪਣੇ ਖਾਣ ਪੀਣ ਤੋਂ ਇਲਾਵਾ ਜੋ ਵੀ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ, ਸਾਰੇ ਵਪਾਰ ਜੋ ਉਹਦਾ ਚੱਲਦਾ ਪਿਆ ਸੀ ਉਸਨੇ ਉਹਦਿਆਂ ਹੱਥਾਂ ਦੇ ਵਿੱਚ ਸੌਂਪ ਦਿੱਤਾ। ਪਰ ਹੁਣ ਉਸਦਾ ਸਮਾਂ ਉੱਥੋਂ ਪੂਰਾ ਹੋ ਗਿਆ। ਹੁਣ ਪ੍ਰਭੂ ਨੇ ਉਸਨੂੰ ਅੱਗੇ ਲੈ ਕੇ ਜਾਣਾ, ਔਰ ਹੁਣ ਪ੍ਰਭੂ ਨੇ ਜਿਹੜੀ ਉਸਨੂੰ ਬਰਕਤ ਦੇਣੀ ਹੈ ਉਹ ਇਸ ਤੋਂ ਵੀ ਉੱਚੀ ਹੋਣੀ ਹੈ। ਲੇਕਿਨ ਅਗੇਨ ਉਸਨੂੰ ਦੁੱਖਾਂ ਦੇ ਵਿੱਚ ਲੰਘਣਾ, ਉਸਨੂੰ ਦੁੱਖਾਂ ਦੇ ਵਿੱਚ ਵੀ ਲੰਘਣਾ ਪੈਣਾ ਸੀ। ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ, ਜਿਸ ਲਈ ਅਸੀਂ ਇਸ ਨੂੰ ਪੜ੍ਹਦੇ ਹਾਂ ਕਿ ਅੱਜ ਅਸੀਂ ਇੱਥੋਂ ਥੋੜਾ ਜਿਹਾ ਲੈ ਲਿਆ, ਇੱਧਰ ਜੋੜ ਲਿਆ, ਇੱਥੋਂ ਪੜ੍ਹ ਲਿਆ, ਤੇ ਫਿਰ ਅਸੀਂ ਉਹ ਇੱਕੋ ਚੀਜ਼ ਪੜ੍ਹਦੇ ਹਾਂ ਕਿ ਕਿੱਦਾਂ ਪ੍ਰਭੂ ਵੱਡੇ ਵੱਡੇ ਕੰਮ ਕਰਦਾ, ਤੇ ਸਾਡੇ ਦਿਮਾਗ ਦੇ ਵਿੱਚ ਉਹ ਹੀ ਰਹਿ ਜਾਂਦਾ। ਔਰ ਫਿਰ ਜਿਸ ਲਈ ਸਾਡੇ ਤੇ ਫਿਰ ਦੁੱਖ ਆਉਂਦੇ ਆ ਤੇ ਬਹੁਤ ਪਿੱਛੇ ਹਟ ਜਾਂਦੇ ਆ ਵੀ ਯਿਸੂ ਨੂੰ ਵੀ ਦੇਖ ਲਿਆ। ਪਰ ਜਿਸ ਲਈ ਅਸੀਂ ਵਚਨ ਨੂੰ ਇਸ ਤਰੀਕੇ ਦੇ ਨਾਲ ਪੜ੍ਹਦੇ ਹਾਂ ਤੇ ਅਸੀਂ ਇਹਨਾਂ ਭੈਣ ਭਰਾਵਾਂ, ਇਹ ਸਾਡੇ ਭੈਣ ਭਰਾ ਔਰ ਸਾਡੇ ਬਜ਼ੁਰਗ ਵੀ, ਔਰ ਜਿਸ ਲਈ ਅਸੀਂ ਦੇਖਦੇ ਪਏ ਹਾਂ ਕਿ ਇਹ ਸਾਡੇ ਵਾਂਗ ਦੁੱਖਾਂ ਦੇ ਵਿੱਚ ਵੀ ਇਹ ਵੀ ਲੰਘੇ। ਔਰ ਪ੍ਰਭੂ ਜ਼ਿੰਦਗੀ ਦੇ ਹਰ ਦਿਨ ਦੇ ਵਿੱਚ, ਹਰ ਪੜਾਅ ਦੇ ਵਿੱਚ ਨਾਲ ਠੀਕ। ਸੋ ਇੱਥੇ ਅਸੀਂ ਦੇਖਿਆ ਕਿ ਉਹ ਆਪਣੇ ਮਾਲਕ ਪੋਟੀਫਰ ਦੇ ਘਰ ਦੇ ਵਿੱਚ ਕੰਮ ਕਰਦਾ ਪਿਆ, ਪ੍ਰਭੂ ਉਹਨੂੰ ਹਰ ਪਾਸਿਓਂ ਬਰਕਤ ਦਿੰਦਾ ਪਿਆ, ਹਰ ਪਾਸੇ ਉਸਦਾ ਪ੍ਰਭੂ ਨੇ ਯਕੀਨ ਬਣਾਇਆ। ਉਸਨੇ ਪੋਟੀਫਰ ਦੇ ਘਰ ਦੇ ਵਿੱਚ ਰਹਿ ਕੇ ਉਸਨੇ ਜਿਹੜੀ ਇਜਿਪਸ਼ੀਅਨ ਲੈਂਗੁਏਜ ਆ, ਜਿਹੜੇ ਉਹਨਾਂ ਦੀ ਮੋਸਟ ਜਿਹੜੀ ਲੈਂਗੁਏਜ ਸੀ ਹਾਇਰੋਗਲਿਫਿਕਸ, ਉਹ ਲੈਂਗੁਏਜ ਉਸਨੇ ਸਿੱਖ ਲਈ। ਔਰ ਉਸਦੇ ਨਾਲ ਉਸਦਾ ਜਿਹੜਾ ਅਹੁਦਾ ਆ ਉਹ ਬਹੁਤ ਉੱਚਾ ਹੋ ਗਿਆ। ਔਰ ਲੇਕਿਨ ਹੁਣ ਪ੍ਰਭੂ ਨੇ ਉਹਨੂੰ ਉੱਥੋਂ ਕੱਢਣਾ, ਔਰ ਹੋਰ ਕੋਈ ਤਰੀਕਾ ਨਹੀਂ। ਜੋ ਅਸੀਂ ਦੇਖਣ ਜਾ ਰਹੇ ਉਹੀ ਇੱਕ ਤਰੀਕਾ ਹੈ, ਪ੍ਰਭੂ ਨੇ ਹੁਣ ਉੱਥੋਂ ਉਸਨੂੰ ਕੱਢਣਾ ਹੈ। ਸੋ ਆਓ ਅਸੀਂ ਇਸ ਨੂੰ 7 ਆਇਤ ਤੋਂ ਲੈ ਕੇ ਔਰ 15 ਆਇਤ ਤੱਕ ਦੇਖਾਂਗੇ। मैं पढ़ देनी बस की। ਯੂਸਫ ਦੇਖਣ ਵਿੱਚ ਵੀ ਬਹੁਤ ਸੁੰਦਰ ਸੀ, ਇਸ ਲਈ ਕੁਝ ਸਮੇਂ ਦੇ ਪਿੱਛੋਂ ਪੋਟੀਫਰ ਦੀ ਪਤਨੀ ਨੇ ਯੂਸਫ ਨੂੰ ਭੈੜੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਉਸਨੇ ਯੂਸਫ ਨੂੰ ਕਿਹਾ, ਮੇਰੇ ਨਾਲ ਆ ਕੇ ਸੰਗ ਕਰ, ਪਰ ਯੂਸਫ ਨੇ ਨਾ ਕਰਦਿਆਂ ਹੋਇਆਂ ਕਿਹਾ, ਮੇਰੇ ਮਾਲਕ ਨੂੰ ਮੇਰੇ ਤੇ ਪੂਰਨ ਭਰੋਸਾ ਹੈ, ਇਸੇ ਲਈ ਉਸਨੇ ਆਪਣਾ ਸਭ ਕੁਝ ਮੇਰੇ ਹਵਾਲੇ ਕਰ ਦਿੱਤਾ ਹੈ ਅਤੇ ਅੱਜ ਇਸ ਘਰ ਵਿੱਚ ਸਭ ਚੀਜ਼ਾਂ ਤੇ ਮੇਰਾ ਅਧਿਕਾਰ ਹੈ। ਪਰ ਫਿਰ ਵੀ ਮੇਰਾ ਤੁਹਾਡੇ ਤੇ ਅਰਥਾਤ ਉਹਨਾਂ ਦੀ ਪਤਨੀ ਤੇ ਕੋਈ ਅਧਿਕਾਰ ਨਹੀਂ ਹੈ। ਮੈਂ ਆਪਣੇ ਮਾਲਕ ਦੇ ਨਾਲ ਇਹ ਵਿਸ਼ਵਾਸਘਾਤ ਕਿਸ ਤਰ੍ਹਾਂ ਕਰਾਂ? ਇਹ ਤਾਂ ਪਰਮੇਸ਼ਵਰ ਦੇ ਵਿਰੁੱਧ ਵੀ ਪਾਪ ਹੋਵੇਗਾ। ਪਰ ਉਸਨੇ ਯੂਸਫ ਨੂੰ ਇਸ ਕੰਮ ਦੇ ਲਈ ਬਹੁਤ ਵਾਰੀ ਜ਼ੋਰ ਲਾਇਆ, ਪਰ ਯੂਸਫ ਨੇ ਹਰ ਵਾਰ ਇਨਕਾਰ ਕੀਤਾ। ਫਿਰ ਇੱਕ ਦਿਨ ਜਦੋਂ ਘਰ ਵਿੱਚ ਹੋਰ ਕੋਈ ਨਹੀਂ ਸੀ ਅਤੇ ਯੂਸਫ ਘਰ ਵਿੱਚ ਕਿਸੇ ਕੰਮ ਆਇਆ, ਤਾਂ ਪੋਟੀਫਰ ਦੀ ਪਤਨੀ ਨੇ ਉਸਦੀ ਚਾਦਰ ਦਾ ਪੱਲਾ ਫੜ ਲਿਆ ਅਤੇ ਕਿਹਾ, ਮੇਰੇ ਨਾਲ ਆ ਕੇ ਇਸੇ ਵੇਲੇ ਪਿਆਰ ਕਰ। ਪਰ ਉਹ ਆਪਣੀ ਚਾਦਰ ਨੂੰ ਉਸਦੇ ਹੱਥਾਂ ਵਿੱਚ ਹੀ ਛੱਡ ਕੇ ਬਾਹਰ ਦੌੜ ਗਿਆ। ਇਸ ਤੇ ਪੋਟੀਫਰ ਦੀ ਪਤਨੀ ਨੇ ਰੌਲਾ ਪਾ ਦਿੱਤਾ ਅਤੇ ਆਦਮੀਆਂ ਨੂੰ ਸੱਦ ਕੇ ਕਿਹਾ, ਦੇਖੋ ਮੇਰਾ ਪਤੀ ਇਸ ਇਬਰਾਨੀ ਨੂੰ ਸਾਡੇ ਘਰ ਵਿੱਚ ਲੈ ਆਇਆ ਹੈ। ਇਸਨੇ ਮੇਰੀ ਇੱਜ਼ਤ ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਮੇਰੇ ਕਮਰੇ ਵਿੱਚ ਬਦੋ-ਬਦੀ ਆ ਕੇ ਕਹਿਣ ਲੱਗਾ, ਮੇਰੇ ਨਾਲ ਸੰਗ ਕਰ, ਪਰ ਮੈਂ ਰੌਲਾ ਪਾ ਦਿੱਤਾ। ਮੇਰੇ ਰੌਲਾ ਪਾਉਣ ਤੇ ਉਹ ਆਪਣੀ ਚਾਦਰ ਇੱਥੇ ਹੀ ਛੱਡ ਕੇ ਬਾਹਰ ਦੌੜ ਗਿਆ। ਹੁਣ ਇਹ ਕਿਹਨੇ ਹੋ ਲੈਣ ਦਿੱਤਾ? ਜੇ ਅਸੀਂ ਬਰਕਤਾਂ ਦੇ ਵੱਲ ਦੇਖੀਏ, ਅਸੀਂ ਦੁਨਿਆਵੀ ਬਰਕਤਾਂ ਦੇ ਵੱਲ ਦੇਖੀਏ, ਤਾਂ ਅਸੀਂ ਇਹ ਕਹਾਂਗੇ ਕਿ ਪੋਟੀਫਰ ਦੇ ਘਰ ਦੇ ਵਿੱਚ ਤਾਂ ਪ੍ਰਭੂ ਨੇ ਉਸਨੂੰ ਬਹੁਤ ਬਰਕਤ ਦਿੱਤੀ ਹੋ। ਹੁਣ ਪ੍ਰਭੂ ਰਹਿਣ ਦੇਵੇ, ਉਹਨੂੰ ਉੱਥੇ ਵਧਣ ਫੁੱਲਣ ਦੇਵੇ। ਪਰ ਪ੍ਰਭੂ ਦਾ ਟੀਚਾ ਇਹ ਨਹੀਂ।
ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੇ ਬਹੁਤ ਵੱਡੇ ਵੱਡੇ ਟੀਚੇ, ਪਰ ਹਰ ਟੀਚੇ ਤੇ ਪਹੁੰਚਣ ਦੇ ਲਈ ਹਨੇਰੀ ਵਾਦੀ ਦੇ ਵਿੱਚ ਵੀ ਲੰਘਣਾ ਜ਼ਰੂਰੀ ਹੈ, ਕਿਉਂਕਿ ਜਿਹੜਾ ਅਗਲਾ ਮੁਕਾਮ ਆ ਉਹ ਹਨੇਰੀ ਵਾਦੀ ਦੇ ਦੂਜੇ ਪਾਸੇ। ਇਸ ਕਰਕੇ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਉਸ ਔਰਤ ਨੇ ਇਸ ਪ੍ਰਭੂ ਦੇ ਬੰਦੇ ਨੂੰ ਉਸਨੇ ਕਿਸ ਤਰੀਕੇ ਦੇ ਨਾਲ ਫਸਾਇਆ। ਪਰ ਅਸੀਂ ਇੱਕ ਚੀਜ਼ ਇੱਥੇ ਹੋਰ ਦੇਖਾਂਗੇ ਕਿ ਪ੍ਰਭੂ ਨੇ ਕਿਸ ਤਰ੍ਹਾਂ ਉਸਨੂੰ ਇਸ ਦੇ ਵਿੱਚ ਵੀ ਵਰਤਿਆ। ਸੋ ਆਓ ਸਿਸਟਰ ਤੁਸੀਂ ਪੜ੍ਹਦੇ ਹੋ 16 ਆਇਤ ਤੋਂ ਲੈ ਕੇ ਹੁਣ 23 ਆਇਤ ਤੱਕ ਇਸ ਨੂੰ ਪੜ੍ਹਦੇ। ਓਕੇ ਜੀ। ਉਸਨੇ ਉਹ ਚਾਦਰ ਆਪਣੇ ਕੋਲ ਆਪਣੇ ਪਤੀ ਦੇ ਆਉਣ ਤੱਕ ਰੱਖੀ। ਪਤੀ ਦੇ ਆਉਣ ਤੇ ਉਸਨੇ ਉਹ ਝੂਠੀ ਕਹਾਣੀ ਉਸਨੂੰ ਵੀ ਸੁਣਾਈ। ਉਹ ਇਬਰਾਨੀ ਗੁਲਾਮ ਜਿਸ ਨੂੰ ਤੁਸੀਂ ਲਿਆਏ ਹੋ, ਉਸਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਦੋਂ ਮੈਂ ਰੌਲਾ ਪਾ ਦਿੱਤਾ ਤਾਂ ਉਹ ਆਪਣੀ ਚਾਦਰ ਮੇਰੇ ਕੋਲ ਛੱਡ ਕੇ ਹੀ ਬਾਹਰ ਦੌੜ ਗਿਆ। ਇਹ ਹੈ ਤੁਹਾਡੇ ਗੁਲਾਮ ਦੀ ਕਰਤੂਤ। ਇਹ ਸੁਣ ਕੇ ਪੋਟੀਫਰ ਬਹੁਤ ਗੁੱਸੇ ਵਿੱਚ ਆਇਆ, ਇਸ ਲਈ ਉਸਨੇ ਯੂਸਫ ਨੂੰ ਗ੍ਰਿਫਤਾਰ ਕਰਵਾ ਕੇ ਜੇਲ੍ਹ ਵਿੱਚ ਰਾਜੇ ਦੇ ਕੈਦੀਆਂ ਨਾਲ ਬੰਦ ਕਰ ਦਿੱਤਾ। ਪਰ ਪ੍ਰਭੂ ਯੂਸਫ ਦੇ ਨਾਲ ਸੀ, ਇਸ ਲਈ ਉਸ ਤੋਂ ਜੇਲ੍ਹ ਦਾ ਦਰੋਗਾ ਵੀ ਬਹੁਤ ਖੁਸ਼ ਹੋ ਗਿਆ। ਦਰੋਗੇ ਨੇ ਯੂਸਫ ਨੂੰ ਬਾਕੀ ਸਭ ਕੈਦੀਆਂ ਦਾ ਪ੍ਰਬੰਧਕ ਬਣਾ ਦਿੱਤਾ। ਜੇਲ੍ਹ ਵਿੱਚ ਹਰ ਗੱਲ ਯੂਸਫ ਦੀ ਹੀ ਮੰਨੀ ਜਾਂਦੀ ਸੀ। ਦਰੋਗੇ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਰਹਿੰਦੀ ਸੀ, ਹਰ ਗੱਲ ਯੂਸਫ ਹੀ ਕਰਦਾ ਸੀ। ਪ੍ਰਭੂ ਉਸ ਦੇ ਨਾਲ ਸੀ, ਇਸ ਲਈ ਉਸਦਾ ਹਰ ਕੰਮ ਸਫਲ ਹੁੰਦਾ ਸੀ। ਦੇਖੋ, ਇਹ ਬਾਰ-ਬਾਰ ਅਸੀਂ ਇਹ ਚੀਜ਼ ਦੇਖਦੇ ਪਏ ਕਿ ਜਿਸ ਵੇਲੇ ਉਸ ਨੂੰ ਉਸ ਰਸਤੇ ਦੇ ਉੱਤੇ ਘੱਲਿਆ ਜਿੱਥੋਂ ਇਸ਼ਮਾਈਲੀਆਂ ਨੇ ਲੰਘਣਾ ਸੀ, ਦੋਥਾਨ ਦੇ ਇਲਾਕੇ ਦੇ ਵਿੱਚ ਦੀ ਉਹ ਰਸਤਾ ਸੀ ਜਿੱਥੋਂ ਦੀ ਉਹਨਾਂ ਨੇ ਲੰਘਣਾ ਸੀ, ਭਰਾਵਾਂ ਨੂੰ ਭੇਡਾਂ ਦੇ ਕੇ ਉੱਥੇ ਘੱਲਿਆ। ਪ੍ਰਭੂ ਆਪ ਉਸ ਨੂੰ ਉੱਥੇ ਤੱਕ ਲੈ ਕੇ ਗਿਆ ਕਿ ਤੇਰੇ ਭਰਾ ਦੋਥਾਨ ਦੇ ਵਿੱਚ ਬੈਠੇ ਆ। ਉੱਥੇ ਪ੍ਰਭੂ ਨੇ ਦੋ ਭਰਾ, ਬੇਸ਼ੱਕ ਉਹ ਮਤਰੇਏ ਭਰਾ ਆ, ਉਹਨਾਂ ਦੇ ਮਨ ਦੇ ਵਿੱਚ ਪ੍ਰਭੂ ਨੇ ਪਾਇਆ ਕਿ ਨਹੀਂ, ਇਹ ਤੁਹਾਡਾ ਭਰਾ ਹੈ, ਇਹਦੇ ਖੂਨ ਦੇ ਨਾਲ ਤੁਸੀਂ ਹੱਥ ਨਹੀਂ ਰੰਗਣੇ। ਸੋ ਉੱਥੇ ਪ੍ਰਭੂ ਨੇ ਦੇਖਿਆ ਕਿ ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਬਰਕਤ ਦੇ ਲਾਇਕ ਆ। ਸੋ ਅਸੀਂ ਯਹੂਦਾ ਦੇਖਿਆ, ਉਹ ਬਰਕਤ ਦੇ ਲਾਇਕ ਆ। ਉਸਨੇ ਉਸ ਨੂੰ ਬਚਾਉਣ ਦੀ ਖਾਤਰ ਇਹ ਕਿਹਾ ਕਿ ਏਦਾਂ ਕਰਦੇ ਆ, ਇਸ ਨੂੰ ਅਸੀਂ ਇਸ਼ਮਾਈਲੀਆਂ ਨੂੰ ਦੇ ਦਿੰਦੇ। ਔਰ ਉੱਥੋਂ ਲੈ ਕੇ ਪੋਟੀਫਰ ਦੇ ਘਰ ਆਇਆ, ਔਰ ਉੱਥੇ ਅਸੀਂ ਫਿਰ ਪੜ੍ਹਦੇ ਹਾਂ ਕਿ ਪ੍ਰਭੂ ਉਸਦੇ ਨਾਲ ਸੀ, ਔਰ ਪੋਟੀਫਰ ਦੇ ਘਰ ਦੇ ਵਿੱਚ ਬਰਕਤ ਮਿਲਦੀ ਪਈ ਹੈ। ਹੁਣ ਉਹ ਜੇਲ੍ਹ ਦੇ ਵਿੱਚ ਆ, ਉਹ ਜੇਲ੍ਹ ਦੇ ਵਿੱਚ ਆ। ਹਰ ਤਰ੍ਹਾਂ ਦਾ ਕੈਦੀ, ਹਰ ਤਰ੍ਹਾਂ ਦਾ ਗੰਦਾ ਇਨਸਾਨ ਉੱਥੇ ਆ, ਪਰ ਪ੍ਰਭੂ ਉੱਥੇ ਵੀ ਆ। That is the main thing. ਅਸੀਂ ਜਿੱਥੇ ਵੀ ਹੋਈਏ, ਚਾਹੇ ਰਾਜੇ ਦੀ ਕੁਰਸੀ ਤੇ ਬੈਠੇ ਹੋਈਏ, ਜੇ ਪ੍ਰਭੂ ਸਾਡੇ ਨਾਲ ਨਹੀਂ ਤਾਂ ਫਿਰ ਕੁਛ ਵੀ ਨਹੀਂ। ਉਸ ਦੀ ਹਜ਼ੂਰੀ ਉਸ ਜੇਲ੍ਹ ਦੇ ਵਿੱਚ ਵੀ ਉਹਦੇ ਨਾਲ, ਔਰ ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਦਾ ਦਰੋਗਾ ਆ, ਉਸ ਦੇ ਰਾਹੀਂ ਪ੍ਰਭੂ ਉਸ ਨੂੰ ਬਰਕਤ ਦੇ ਰਿਹਾ। ਉਹਦੇ ਦਿਲ ਦੇ ਵਿੱਚ ਪ੍ਰਭੂ ਨੇ ਪਾ ਦਿੱਤਾ, ਤੇ ਦਰੋਗੇ ਨੇ ਵੀ ਸਾਰਾ ਪ੍ਰਬੰਧ ਉਹਦੇ ਹੱਥਾਂ ਦੇ ਵਿੱਚ ਛੱਡ ਦਿੱਤਾ। ਹੁਣ ਉਹ ਜੇਲ੍ਹ ਨੂੰ ਸਾਰੀ ਜੇਲ੍ਹ ਨੂੰ ਮੇਨਟੇਨ ਉਹ ਕਰਦਾ ਪਿਆ। Isn't that amazing? ਇਸ ਤਰ੍ਹਾਂ ਪ੍ਰਭੂ ਸਾਡੇ ਨਾਲ ਚੱਲਦਾ। ਇਹ ਹੈ ਪ੍ਰਭੂ ਦੀ ਯਾਤਰਾ। ਪ੍ਰਭੂ ਇੱਕ ਯਾਤਰਾ ਆ ਜਿਹੜਾ ਸਾਡੇ ਨਾਲ ਚੱਲਦਾ, ਔਰ ਫਿਰ ਸਾਡੇ ਤੋਂ ਅੱਗੇ ਆਉਣ ਵਾਲੇ ਕੁਲ ਦੇ ਨਾਲ ਚੱਲਦਾ। ਫਿਰ ਉਸ ਤੋਂ ਗਾਂਹ ਜਿਸਲੇ ਚੱਲਦਾ, ਸਾਡੇ ਉਸਨੇ ਕਿਹਾ ਸੀ, ਮੈਂ ਤੇਰੀ ਸੰਤਾਨ ਤੇ ਸੰਤਾਨਾਂ ਦੇ ਨਾਲ। ਅਬਰਾਹਮ ਨੂੰ ਇਹ ਕਿਹਾ ਸੀ, ਉਸਨੂੰ ਇਹ ਬਰਕਤ ਦਿੱਤੀ ਸੀ, ਜਿਸ ਤਰ੍ਹਾਂ ਮੈਂ ਤੇਰੇ ਨਾਲ, ਉਸੇ ਤਰ੍ਹਾਂ ਮੈਂ ਤੇਰੀਆਂ ਸੰਤਾਨਾਂ ਦੇ ਨਾਲ ਹੋਊਗਾ। ਅਬਰਾਹਮ ਨੇ ਆਪਣਾ ਸਫ਼ਰ ਪੂਰਾ ਕੀਤਾ ਤੇ ਪ੍ਰਭੂ ਇਸਹਾਕ ਦੇ ਨਾਲ ਚੱਲ ਪਿਆ। ਇਸਹਾਕ ਨੇ ਆਪਣਾ ਸਮਾਂ ਪੂਰਾ ਕੀਤਾ ਤੇ ਪ੍ਰਭੂ ਜੇਕਬ ਦੇ ਨਾਲ ਚੱਲ ਪਿਆ, ਔਰ ਹੁਣ ਜੇਕਬ ਦੇ ਅਨੁਸਾਰ ਉਸਦਾ ਪੁੱਤਰ ਮਰ ਚੁੱਕਾ ਹੈ, ਪਰ ਪ੍ਰਭੂ ਯੂਸਫ ਦੇ ਨਾਲ।
ਔਰ ਇਸੇ ਤਰ੍ਹਾਂ ਪ੍ਰਭੂ ਦੀ ਜਿਹੜੀ ਉਸਦੀ ਯਾਤਰਾ ਹੈ ਉਹ ਸਾਡੇ ਨਾਲ ਚੱਲ। ਸੋ ਆਓ ਅੱਗੇ ਪੜ੍ਹੀਏ। ਹੁਣ ਅਸੀਂ 1688 ਤੇ ਪਹੁੰਚ ਚੁੱਕੇ ਹਾਂ, ਜਿਸ ਵੇਲੇ ਉਸਨੂੰ ਇਸ ਜੇਲ੍ਹ ਦੇ ਵਿੱਚ ਹੁਣ ਪਏ ਨੂੰ ਆਲਮੋਸਟ 2 ਸਾਲ ਤੋਂ ਉੱਤੇ ਹੋ ਚੁੱਕੇ ਆ। ਸੋ ਆਓ ਅਸੀਂ 40ਵਾਂ ਪਾਠ let's read the whole thing. 23 ਆਇਤਾਂ ਸਾਰੀਆਂ ਸੀ, 23 ਆਇਤਾਂ। ਸੋ ਮੈਂ ਪੜ੍ਹ ਦੂੰ ਪਾਸਟਰ ਜੀ। go ahead maybe। ਯੂਸਫ ਦਾ ਕੈਦੀਆਂ ਦੇ ਸੁਪਨਿਆਂ ਦਾ ਅਰਥ ਦੱਸਣਾ। ਕੁਝ ਦਿਨਾਂ ਦੇ ਪਿੱਛੋਂ ਮਿਸਰ ਦੇ ਰਾਜਾ ਦੇ ਪ੍ਰਮੁੱਖ ਸਾਕੀ ਅਤੇ ਪ੍ਰਮੁੱਖ ਰਸੋਈਏ ਦੇ ਹੱਥੋਂ ਰਾਜਾ ਦੇ ਵਿਰੁੱਧ ਕੋਈ ਅਪਰਾਧ ਹੋ ਗਿਆ। ਰਾਜਾ ਫਿਰੌਨ ਉਹਨਾਂ ਦੋਹਾਂ ਦੇ ਨਾਲ ਬਹੁਤ ਗੁੱਸੇ ਹੋਇਆ। ਉਸਨੇ ਉਹਨਾਂ ਦੋਹਾਂ ਨੌਕਰਾਂ ਨੂੰ ਆਪਣੇ ਮਹਿਲ ਦੇ ਕਪਤਾਨ ਦੀ ਕੈਦ ਵਿੱਚ ਰੱਖ ਦਿੱਤਾ। ਯੂਸਫ ਵੀ ਉੱਥੇ ਕੈਦ ਸੀ। ਕੈਦ ਦੇ ਕਪਤਾਨ ਨੇ ਉਹਨਾਂ ਦੋਹਾਂ ਨੌਕਰਾਂ ਨੂੰ ਯੂਸਫ ਦੀ ਦੇਖਭਾਲ ਵਿੱਚ ਕਰ ਦਿੱਤਾ। ਉਹ ਦੋਵੇਂ ਉੱਥੇ ਕਾਫੀ ਸਮੇਂ ਤੱਕ ਰਹੇ। ਇੱਕ ਰਾਤ ਉਹਨਾਂ ਦੋਹਾਂ ਅਰਥਾਤ ਰਾਜਾ ਦੇ ਪ੍ਰਮੁੱਖ ਸਾਕੀ ਅਤੇ ਪ੍ਰਮੁੱਖ ਰਸੋਈਏ ਨੇ ਸੁਪਨੇ ਦੇਖੇ। ਉਹਨਾਂ ਦੋਹਾਂ ਦੇ ਸੁਪਨਿਆਂ ਦੇ ਵੱਖ-ਵੱਖ ਅਰਥ ਸਨ। ਜਦੋਂ ਯੂਸਫ ਸਵੇਰ ਸਾਰ ਉਹਨਾਂ ਕੋਲ ਆਇਆ ਤਾਂ ਉਸਨੇ ਦੇਖਿਆ ਕਿ ਉਹ ਦੋਵੇਂ ਕੁਝ ਪਰੇਸ਼ਾਨ ਹਨ। ਉਸਨੇ ਉਹਨਾਂ ਦੋਹਾਂ ਤੋਂ ਪੁੱਛਿਆ, ਤੁਸੀਂ ਦੋਵੇਂ ਪਰੇਸ਼ਾਨ ਕਿਉਂ ਹੋ? ਉਹਨਾਂ ਦੋਹਾਂ ਨੇ ਉੱਤਰ ਦਿੱਤਾ, ਅਸੀਂ ਦੋਹਾਂ ਨੇ ਸੁਪਨੇ ਦੇਖੇ ਹਨ, ਪਰ ਸਾਨੂੰ ਉਹਨਾਂ ਦਾ ਕੋਈ ਮਨੁੱਖ ਇੱਥੇ ਅਰਥ ਨਹੀਂ ਦੱਸ ਸਕਦਾ ਹੈ। ਯੂਸਫ ਨੇ ਕਿਹਾ, ਅਰਥ ਦੱਸਣਾ ਪਰਮੇਸ਼ਵਰ ਦੇ ਹੱਥ ਵਿੱਚ ਹੈ, ਤੁਸੀਂ ਮੈਨੂੰ ਆਪਣੇ ਸੁਪਨੇ ਸੁਣਾਓ। ਪ੍ਰਮੁੱਖ ਸਾਕੀ ਨੇ ਯੂਸਫ ਨੂੰ ਆਪਣਾ ਸੁਪਨਾ ਦੱਸਣਾ ਸ਼ੁਰੂ ਕੀਤਾ। ਉਸਨੇ ਕਿਹਾ, ਮੇਰੇ ਸੁਪਨੇ ਵਿੱਚ ਮੇਰੇ ਸਾਹਮਣੇ ਇੱਕ ਅੰਗੂਰ ਦੀ ਵੇਲ ਸੀ। ਉਸ ਦੀਆਂ 3 ਸ਼ਾਖਾਂ ਸਨ ਜੋ ਦੇਖਦਿਆਂ ਦੇਖਦਿਆਂ ਪੁੰਗਰ ਪਈਆਂ ਤੇ ਉਹਨਾਂ ਤੇ ਫਲ ਲੱਗ ਪਏ। ਫਿਰ ਉਹਨਾਂ ਤੇ ਅੰਗੂਰ ਵੀ ਪੱਕ ਗਏ। ਉਸ ਸਮੇਂ ਮੇਰੇ ਹੱਥ ਵਿੱਚ ਰਾਜਾ ਦਾ ਪਿਆਲਾ ਸੀ। ਮੈਂ ਕੁਝ ਅੰਗੂਰ ਲਿਆ ਕੇ ਪਿਆਲੇ ਵਿੱਚ ਨਿਚੋੜ ਦਿੱਤੇ ਅਤੇ ਉਹ ਪਿਆਲਾ ਰਾਜਾ ਦੇ ਹੱਥ ਵਿੱਚ ਦੇ ਦਿੱਤਾ। ਯੂਸਫ ਨੇ ਉੱਤਰ ਦਿੱਤਾ, ਇਸ ਦਾ ਅਰਥ ਹੈ 3 ਸ਼ਾਖਾਂ 3 ਦਿਨ ਹਨ। 3 ਦਿਨਾਂ ਪਿੱਛੋਂ ਰਾਜਾ ਤੈਨੂੰ ਇਸ ਕੈਦ ਵਿੱਚੋਂ ਛੁਟਕਾਰਾ ਦੇਵੇਗਾ ਤੇ ਤੈਨੂੰ ਫਿਰ ਤੇਰੀ ਪਹਿਲੀ ਸਾਕੀ ਦੀ ਥਾਂ ਦੇਵੇਗਾ ਅਤੇ ਤੂੰ ਫਿਰ ਰਾਜਾ ਦੇ ਹੱਥ ਵਿੱਚ ਉਸ ਦਾ ਕੱਪ ਦੇਵੇਂਗਾ। ਪਰ ਜਦੋਂ ਤੇਰੇ ਨਾਲ ਇਹ ਸਭ ਹੋ ਚੁੱਕੇ ਤਾਂ ਕਿਰਪਾ ਕਰਕੇ ਮੈਨੂੰ ਵੀ ਫਿਰੌਨ ਰਾਜਾ ਸਾਹਮਣੇ ਯਾਦ ਕਰਨਾ ਅਤੇ ਮੈਨੂੰ ਇਸ ਕੈਦ ਵਿੱਚੋਂ ਛੁਟਕਾਰਾ ਦਿਵਾਉਣਾ। ਅਸਲ ਵਿੱਚ ਮੈਨੂੰ ਇਬਰਾਨੀਆਂ ਦੀ ਧਰਤੀ ਤੋਂ ਚੋਰੀ ਇੱਥੇ ਲਿਆਂਦਾ ਗਿਆ ਹੈ ਅਤੇ ਮੈਂ ਇੱਥੇ ਵੀ ਕੈਦ ਦੇ ਯੋਗ ਕੋਈ ਬੁਰਾ ਕੰਮ ਨਹੀਂ ਕੀਤਾ। ਪ੍ਰਮੁੱਖ ਰਸੋਈਏ ਨੇ ਦੇਖਿਆ ਕਿ ਪ੍ਰਮੁੱਖ ਸਾਕੀ ਦੇ ਸੁਪਨੇ ਦਾ ਅਰਥ ਚੰਗਾ ਨਿਕਲਿਆ ਹੈ ਤਾਂ ਉਸਨੇ ਵੀ ਯੂਸਫ ਨੂੰ ਕਿਹਾ, ਮੈਂ ਵੀ ਇੱਕ ਸੁਪਨਾ ਦੇਖਿਆ ਹੈ। ਮੇਰੇ ਸਿਰ ਤੇ ਰੋਟੀਆਂ ਦੀਆਂ 3 ਟੋਕਰੀਆਂ ਸਨ। ਸਭ ਤੋਂ ਉੱਪਰਲੀ ਟੋਕਰੀ ਵਿੱਚ ਰਾਜਾ ਦੇ ਲਈ ਤਰ੍ਹਾਂ ਤਰ੍ਹਾਂ ਦਾ ਭੋਜਨ ਸੀ ਜੋ ਪੰਛੀ ਖਾ ਰਹੇ ਸਨ। ਯੂਸਫ ਨੇ ਉੱਤਰ ਦਿੱਤਾ, ਤੇਰੇ ਸੁਪਨੇ ਦਾ ਅਰਥ ਇਹ ਹੈ 3 ਟੋਕਰੀਆਂ 3 ਦਿਨ ਹਨ। 3 ਦਿਨਾਂ ਪਿੱਛੋਂ ਰਾਜਾ ਤੈਨੂੰ ਕੈਦ ਵਿੱਚੋਂ ਬਾਹਰ ਕੱਢੇਗਾ ਅਤੇ ਉਹ ਤੇਰਾ ਸਿਰ ਵਡਵਾ ਦੇਵੇਗਾ। ਫਿਰ ਉਹ ਤੇਰੇ ਸਰੀਰ ਨੂੰ ਇੱਕ ਰੁੱਖ ਉੱਤੇ ਟੰਗ ਦੇਵੇਗਾ ਅਤੇ ਪੰਛੀ ਆ ਕੇ ਤੇਰਾ ਮਾਸ ਖਾਣਗੇ। 3 ਦਿਨਾਂ ਪਿੱਛੋਂ ਰਾਜਾ ਦਾ ਜਨਮ ਦਿਨ ਸੀ। ਉਸਨੇ ਉਸ ਦਿਨ ਇੱਕ ਭੋਜ ਦਿੱਤਾ ਅਤੇ ਆਪਣੇ ਪ੍ਰਮੁੱਖ ਸਾਕੀ ਅਤੇ ਰਸੋਈਏ ਨੂੰ ਕੈਦ ਵਿੱਚੋਂ ਬਾਹਰ ਕੱਢ ਕੇ ਆਪਣੇ ਅਫਸਰਾਂ ਦੇ ਸਾਹਮਣੇ ਪੇਸ਼ ਕੀਤਾ। ਫਿਰ ਰਾਜਾ ਨੇ ਆਪਣੇ ਪ੍ਰਮੁੱਖ ਸਾਕੀ ਨੂੰ ਉਸਦੀ ਪਹਿਲੀ ਥਾਂ ਦਿੱਤੀ ਅਤੇ ਉਸਨੇ ਰਾਜਾ ਦੇ ਹੱਥ ਵਿੱਚ ਅੰਗੂਰਾਂ ਦਾ ਪਿਆਲਾ ਦਿੱਤਾ। ਪਰ ਰਾਜਾ ਨੇ ਯੂਸਫ ਦੇ ਦੱਸੇ ਅਨੁਸਾਰ ਪ੍ਰਮੁੱਖ ਰਸੋਈਏ ਦਾ ਸਿਰ ਵਡਵਾ ਕੇ ਉਸਨੂੰ ਰੁੱਖ ਉੱਤੇ ਟੰਗ ਦਿੱਤਾ। ਇਹ ਸਭ ਹੋਣ ਤੇ ਵੀ ਪ੍ਰਮੁੱਖ ਸਾਕੀ ਯੂਸਫ ਨੂੰ ਭੁੱਲ ਗਿਆ ਅਤੇ ਉਸਨੇ ਉਸਨੂੰ ਯਾਦ ਨਾ ਕੀਤਾ। ਆਮੀਨ। ਉਸਨੂੰ ਯਾਦ। ਸੋ ਦੇਖੋ, ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਦੇਖੋ ਉਸਨੂੰ ਕਿੱਦਾਂ ਅੱਗੇ ਅੱਗੇ ਵੱਧਦਾ ਦੇਖਦੇ ਪਏ। ਉਹ ਕਨਾਨ ਦੀ ਧਰਤੀ ਤੋਂ ਚੱਲਿਆ, ਪੋਟੀਫਰ ਦੇ ਘਰ ਪਹੁੰਚਿਆ, ਜੋ ਉਸਦਾ ਰਾਜੇ ਦਾ ਜਿਹੜਾ ਉਸ ਰਾਜੇ ਦੇ ਘਰਾਣੇ ਦਾ ਜਿਹੜਾ ਸਾਰਾ ਹਿਸਾਬ ਕਿਤਾਬ ਰੱਖਣ ਵਾਲਾ, ਉਸਦੇ ਘਰ ਪਹੁੰਚਿਆ। ਉੱਥੋਂ ਉਹ ਹੁਣ ਕੈਦ ਦੇ ਵਿੱਚ ਪਹੁੰਚਾ ਔਰ ਕੈਦ ਦੇ ਵਿੱਚ ਜਿਹੜੇ ਬੰਦੇ ਆ, ਉੱਥੇ ਇੱਕ ਰਾਜਾ ਦਾ ਜਿਹੜਾ ਸਾਕੀ ਹੈ ਜਿਹੜਾ ਉਸਨੂੰ ਵਾਈਨ ਦਿੰਦਾ ਔਰ ਦੂਸਰਾ ਜਿਹੜਾ ਹੈਗਾ ਉਹ ਰਸੋਈਆ ਹੈ। ਦੋਨਾਂ ਨੇ ਕੋਈ ਕੰਮ ਐਸਾ ਕੀਤਾ ਆ, ਇੱਕ ਦੇ ਉੱਤੇ ਗਲਤ ਇਲਜ਼ਾਮ ਆ, ਦੂਜੇ ਦੇ ਉੱਤੇ ਸਹੀ ਇਲਜ਼ਾਮ। ਤੋ ਉਹਨਾਂ ਨੇ ਪੁੱਛਿਆ ਕਿ ਇਹ ਅਸੀਂ ਸੁਪਨਾ ਦੇਖਿਆ ਔਰ ਦੋਨੇ ਸੁਪਨਿਆਂ ਦਾ ਉਸਨੇ ਅਰਥ ਦੱਸਿਆ। ਹੁਣ ਦੇਖੋ ਅਸੀਂ ਕੀ ਦੇਖਦੇ ਪਏ। ਪ੍ਰਭੂ ਨੇ 1-2 ਸੁਪਨਿਆਂ ਤੋਂ ਸ਼ੁਰੂ ਕੀਤਾ ਸੀ ਉਸਨੂੰ। ਉਹ 2 ਸੁਪਨਿਆਂ ਨੇ ਸਾਰਾ ਉਸ ਘਰ ਦੇ ਵਿੱਚ ਇੱਕ ਜੰਜਾਲ ਖੜਾ ਕਰ ਦਿੱਤਾ ਸੀ। ਪਰ ਉਹ ਸੁਪਨਿਆਂ ਦੇ ਨਾਲ ਪ੍ਰਭੂ ਨੇ ਉਸਨੂੰ ਕੁਝ ਹੋਰ ਵੀ ਦਿੱਤਾ ਸੀ।
उसका अर्थ दसूंगा प्रभु ने कि इन्हां दा अर्थ की है, इन्हां दा अर्थ की है। और वो जो अर्थ दसदा पिया उही हो रहा। और इस तरह जो वो कनान दी धरती तो चल के इजिप्ट दे विच पहुंच के हुण वो जेल दे विच आ, उत्थों हुण 2 बंदे आ जेड़े उत्थे दे राजा दे उत्थे दे फैरो दे लागे, दोने नजदीकी आ। साखी दा काम ये हुंदा सी क्योंकि राजा नूं इस चीज दा बहुत डर हुंदा सीगा कि कोई पॉइजन ना दे दे फूड दे विच। सो वो पहला खाना राजे दे खाने दे विचों थोड़ा थोड़ा खाना खांदे सी। अगर सब कुछ ठीक आ ते फिर राजे नूं खाना परोसिया जांदा सी। सो ये साखी दा काम हुंदा सी। और प्रभु उसनू देखो एक वो बंदा जिसने सारे उसके घर का हिसाब किताब रखा है और जिसनू पता है कि इसने कोई गलत काम नहीं किया। और दूसरा बंदा जिसनू सुपने का अर्थ दसिया उसनू पता है कि प्रभु ने इस तो करवाया, लेकिन वो इन्नी खुशी दे विच अपनी दे विच आ कि उसने प्रभु वो भुल गया यूसुफ नूं जब तक कि सही समा नहीं आया, जब तक कि सही समा नहीं आया। सो हुण जो सही समा प्रभु ने दिता सी ते 4 चीज़ां इहदे विच देखिया कि वो नंबर 1 असीं जिहड़ा चीज़ देखी हैगी आ कि देखो इंसान दे जिंदगी दे विच कठिनाइयां जरूर जे वो अपने घर दे विच आ ते वो अपने बाप दा चहेता, उसदे बाप ने उसनूं सुंदर कोट दिता तो उत्थे वो जिन्नी उचाई दे विच उठ सकदा सी वो उठिया, लेकिन उस तो गांह नहीं हो जा सकदा सी। ठीक। सो उसदी जिंदगी दे विच दुख ये आया कि भरावां ने उसनूं उस खूह दे विच सुट्टिया, सुक्के खूह दे विच सुट्टिया और कढ के उसनूं बेचिया। उस गहरी वादी दे विच दी हुण वो लंघ रिहा। बाप दा चहेता इस वेले ओदे गुट बन्ने हो और ऊंठां दे पिछे पिछे तुरे आया, रस्सी बन्नी हो ते तुरे आया और जानवरां वांगू उसदी बोली पै रही, दंद दिखाउंदे पे, दंद दिखा सानूं। और उत्थे जाके प्रभु उसनूं पोटीफर दे घराने दे विच लै के जांदा पिया और पोटीफर दे घराने दे विच प्रभु ने उसनूं उच्चा चुकिया। हुण उस तो उच्चा नहीं हो जा सकदा। कैसा उपलैटो उस तो उच्ची जगह पोटीफर नहीं उन्होंने दे सकता। सो हुण की होया, हुण उसनूं अगले दुख दे विच भी लंघना पिया। उसनूं अगले एक पीक घर दे विच आई, उस तो बाद वो चोटी ते पहुंचा लेकिन उस तो उत्ते नहीं जा सकदा सी। फिर उसनूं वादी दे विच भी लंघना पिया, घाटी दे विच भी लंघना पिया। फिर उस तो बाद असीं देखते हैं कि उस तो उच्ची पीक दे विच गया, पोटीफर दे घर दे विच आ, हुण उस तो उच्चा नहीं जा सकदा, उस तो उच्चे नहीं जा सकदा। हुण अगली वादी दे विच दी लंघ लग गया। पर चाहे वो पीक दे उत्ते आ ते चाहे वो वादी दे विच, प्रभु उस दे नाल। इस करके जिहड़ी मेन चीज आ असीं अज मसीहत दे विच बहुत सारियां चीज़ां जिहड़ियां देखण लग पए वो है मसीही गिफ्ट जिहड़े सानूं दित्ते हो आ, आहा ते वो ये चीज़ां इंपोर्टेंट नहीं है। जिस गिफ्ट की जरूरत उसनूं अपने बाप दे घर दे विच सी, प्रभु ने उस समय उसनूं वो गिफ्ट दिता। जिस गिफ्ट की जरूरत उसनूं पोटीफर दे घर दे विच सी, प्रभु ने उसनूं वो गिफ्ट दिता। जिस गिफ्ट की जरूरत उसनूं जेल दे विच सी, प्रभु ने उसनूं वो गिफ्ट दिता। और जिसले वो
ਅਸੀਂ ਦੇਖਦੇ ਪਏ ਕਿ ਰਸੋਈਆ ਤੇ ਸਾਥੀ ਆਉਂਦੇ ਪਏ। ਹੁਣ ਜਿਸ ਗਿਫਟ ਦੀ ਜ਼ਰੂਰਤ ਉਸ ਵੇਲੇ ਹੈ ਤੇ ਪ੍ਰਭੂ ਨੇ ਉਸ ਨੂੰ ਉਹ ਗਿਫਟ। ਸੋ what I'm saying, ਕੀ ਮੈਂ ਕਹਿ ਰਿਹਾ ਇੱਥੇ, ਜਿੱਦਾਂ ਦੇ ਤੇਰੇ ਦਿਨ ਹੋਣਗੇ ਉਦਾਂ ਦੇ ਤੇਰੇ ਗਿਫਟ ਹੋਣਗੇ। ਆਪਣੇ ਆਪ ਨੂੰ ਕਿਸੇ ਇੱਕ ਗਿਫਟ ਦੇ ਕਿੱਲੇ ਦੇ ਉੱਤੇ ਕਦੀ ਨਾ ਬੰਨੋ ਕਿ ਮੇਰਾ ਆਹੀ ਗਿਫਟ, ਕਿਉਂਕਿ ਜਿੱਦਾਂ ਦੀ ਪੋਜੀਸ਼ਨ ਜਿਸ ਜਗ੍ਹਾ ਤੇ ਤੁਸੀਂ ਖੜੇ ਹੋਵੋਗੇ, ਕਿਉਂਕਿ ਗਿਫਟ ਮੇਰੇ ਨਹੀਂ ਗੇ, ਮੇਰੇ ਗਿਫਟ ਨਹੀਂ ਗੇ। ਅੱਜ ਕੱਲ੍ਹ ਜਿਹੜੇ ਗਿਫਟ ਸਰਚਿੰਗ ਵੀ ਹੁੰਦੀ ਹੈਗੀ ਆ, ਮੈਂ ਵੀ ਉਹਨਾਂ ਚੀਜ਼ਾਂ ਵਿੱਚੋਂ ਦੀ ਬਹੁਤ ਵਾਰੀ ਲੰਘੀ ਆ, ਉਹ ਤੁਹਾਡੇ ਇਨਸਾਨੀ ਗਿਫਟਾਂ ਨੂੰ ਦੇਖ ਕੇ ਤੇ ਕਹਿ ਦਿੰਦੇ ਤੇਰੇ ਵਿੱਚ ਆ ਗਿਫਟ। That's not how God works. ਪ੍ਰਭੂ ਨਹੀਂ ਏਦਾਂ ਕੰਮ ਕਰਦਾ। ਪ੍ਰਭੂ ਦੇ ਲਈ ਤਾਂ ਮੈਂ ਖਾਲੀ ਭਾਂਡਾ ਹਾਂ, ਔਰ ਜਿਹੜਾ ਮੇਰਾ ਆਪਣਾ ਇਨਸਾਨੀ ਗਿਫਟ ਉਹ ਨਹੀਂ ਕਦੀ ਪ੍ਰਭੂ ਯੂਜ਼ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ। ਉਹ ਆਪਣੇ ਰਾਜ ਦੇ ਲਈ ਉਸ ਚੀਜ਼ ਨੂੰ ਕਦੀ ਨਹੀਂ ਯੂਜ਼ ਕਰਦਾ। ਉਸਨੇ ਉਹ ਚੀਜ਼ ਯੂਜ਼ ਕਰਨੀ ਜਿਹੜੀ ਉਸਨੇ ਆਪ ਦੇਣੀ ਹੈ, ਉਸਨੂੰ ਉਸਨੇ ਵਰਤਣਾ। ਸੋ ਅਸੀਂ ਆਲਰੇਡੀ ਇਹਨਾਂ ਚੀਜ਼ਾਂ ਨੂੰ, ਹਾਂ ਅਸੀਂ ਜਿੰਨੀ ਦੇਰ ਤੱਕ ਅਸੀਂ ਚੇਲਿਆਂ ਦੇ ਕਰਤੱਵ ਤੇ ਗਿਫਟਾਂ ਤੱਕ ਪਹੁੰਚਣਾ ਆ, ਉਦੋਂ ਤੱਕ ਅਸੀਂ ਇਹ ਚੀਜ਼ਾਂ ਨੂੰ ਦੇਖਣਾ ਕਿ ਜਿੱਦਾਂ ਦੇ ਤੇਰੇ ਦਿਨ ਹੋਣਗੇ ਉਦਾਂ ਦੇ ਤੇਰੇ ਗਿਫਟ ਹੋਣਗੇ। ਜਿੱਦਾਂ ਦੀ ਜਗ੍ਹਾ ਤੇ ਤੂੰ ਬੈਠਾ ਉਦਾਂ ਦੇ ਤੇਰੇ ਗਿਫਟ ਹੋਣਗੇ। ਜਿਸ ਮੁਸੀਬਤ ਦੇ ਵਿੱਚ ਤੂੰ ਆ ਉਦਾਂ ਦਾ ਗਿਫਟ ਪ੍ਰਭੂ ਤੇ ਹੁੰਦਾ ਹੈ, ਕਿਉਂਕਿ ਗਿਫਟ ਮੇਰੇ ਨਹੀਂ, ਗਿਫਟ ਪਵਿੱਤਰ ਆਤਮਾ ਦੇ ਆ। ਔਰ ਪ੍ਰਭੂ ਨੇ ਜਿਹੜੀ ਸਭ ਤੋਂ ਵੱਡੀ ਚੀਜ਼ ਮੈਨੂੰ ਦਿੱਤੀ ਆ ਉਹ ਪਵਿੱਤਰ ਆਤਮਾ ਦੀ ਹਜ਼ੂਰੀ ਦਿੱਤੀ ਆ। ਸੋ ਜਿੱਥੇ ਪਰਮੇਸ਼ਰ ਦੀ ਪਵਿੱਤਰ ਆਤਮਾ ਦੀ ਹਜ਼ੂਰੀ ਆ ਉੱਥੇ ਸਾਰੇ ਗਿਫਟ ਕਿ ਨਹੀਂ? That's what it is. So simple. ਸਿਰਫ ਉਸ ਮੌਕੇ ਤੇ ਮੰਗਣ ਦੀ ਲੋੜ ਹੈ ਕਿ ਪ੍ਰਭੂ ਹੁਣ ਕਿਰਪਾ ਕਰ, ਮੈਨੂੰ ਗਾਈਡ ਕਰ। ਜੇ ਸ਼ਬਦਾਂ ਦੀ ਲੋੜ ਹੈ ਤੇ ਤੇਰੇ ਸ਼ਬਦ ਹੋ। ਜੇ ਇੱਥੇ ਤੰਦਰੁਸਤੀ ਦੀ ਲੋੜ ਹੈ ਤਾਂ ਤੇਰਾ ਹੱਥ ਛੂਏ। ਜੇ ਇੱਥੇ ਬੁੱਧੀ ਦੀ ਲੋੜ ਹੈ ਤੇਰੀ ਵਿਜ਼ਡਮ ਹੋਵੇ। ਐਂਡ ਹੀ ਡਸ ਦੈਟ। ਅਸੀਂ ਆਲਰੇਡੀ ਯੂਸਫ ਦੀ ਜ਼ਿੰਦਗੀ ਦੇ ਵਿੱਚ ਇਹ ਦੇਖਦੇ ਪਏ, ਜਿੱਦਾਂ ਦਾ ਉੱਤੇ ਸਮਾਂ ਆ ਰਿਹਾ ਉਦਾਂ ਦੇ ਉਹਦੇ ਗਿਫਟ। ਔਰ ਪ੍ਰਭੂ ਉੱਥੇ ਉਸ ਹਿਸਾਬ ਦੇ ਨਾਲ ਉਸਨੂੰ ਗਿਫਟ ਦੇ ਕੇ ਤੇ ਉਸਨੂੰ ਬਰਕਤ ਦੇ ਰਿਹਾ। Let us pray. ਸਾਡਾ ਟਾਈਮ ਹੋ ਗਿਆ। ਪ੍ਰਭੂ ਜੀ ਤੇਰਾ ਮੈਂ ਬਹੁਤ ਸ਼ੁਕਰ ਕਰਦਾ ਇਸ ਸਮੇਂ ਦੇ ਲਈ। ਮੈਂ ਆਪਣੇ ਭੈਣਾਂ ਭਰਾਵਾਂ ਦੇ ਲਈ ਤੇਰਾ ਸ਼ੁਕਰ ਕਰਦਾ ਪ੍ਰਭੂ ਜੀ, ਇਹਨਾਂ ਦੇ ਕਾਰਨ ਮੈਨੂੰ ਵੀ ਤੇਰੇ ਵਚਨ ਦੀ ਕਿਰਪਾ ਮਿਲਦੀ ਹੈ। ਮੇਰੇ ਤੇ ਵੀ ਤੇਰਾ ਰਹਿਮ ਹੁੰਦਾ। ਮੈਂ ਵੀ ਪ੍ਰਭੂ ਜੀ ਤੇਰਾ ਵਚਨ ਦੇ 2 ਅੱਖਰ ਪੜ੍ਹ ਸਕਦਾ, ਤੇਰੀ ਹਜ਼ੂਰੀ ਦੇ ਵਿੱਚ ਬੈਠ ਸਕਦਾ। ਮੇਰੇ ਭੈਣਾਂ ਭਰਾਵਾਂ ਨੂੰ ਇਸ ਦੇ ਲਈ ਪ੍ਰਭੂ ਜੀ ਤੂੰ ਬਹੁਤ ਬਰਕਤ ਦੇ, ਇਹਨਾਂ ਦੇ ਬੱਚਿਆਂ ਨੂੰ ਬਰਕਤ ਦੇ, ਇਹਨਾਂ ਦੀਆਂ ਆਉਣ ਵਾਲੀਆਂ ਜਿਣਸਾਂ ਨੂੰ ਪ੍ਰਭੂ ਜੀ ਤੂੰ ਬਰਕਤ ਦੇ। ਇਸ ਦੇ ਪਿਆਰੇ ਪ੍ਰਭੂ ਅਸੀਂ ਤੇਰਾ ਇਸ ਵਚਨ ਦੇ ਲਈ ਸ਼ੁਕਰ ਕਰਦੇ ਹਾਂ, ਜਿਸ ਦੇ ਵਿੱਚ ਤੂੰ ਸਾਨੂੰ ਦਿਖਾਉਣਾ ਕਿ ਤੇਰਾ ਸਾਥ ਦੀ ਲੋੜ ਆ ਪ੍ਰਭੂ ਜੀ, ਤੇਰੀ ਹਜ਼ੂਰੀ ਦੀ ਲੋੜ ਆ। ਬਾਕੀ ਸਭ ਚੀਜ਼ਾਂ ਪ੍ਰਭੂ ਜੀ ਹੋ ਜਾਂਦੀ, ਜਿੱਥੇ ਤੂੰ ਆ ਉੱਥੇ ਸਭ ਕੁਛ। ਔਰ ਜਿਹੜੇ ਦੁੱਖ ਆ ਪ੍ਰਭੂ ਜੀ, ਯੂਸਫ ਦੇ ਦੁੱਖ ਤੋਂ ਬਾਅਦ ਦੁੱਖ ਆ ਰਿਹਾ, ਲੇਕਿਨ ਪ੍ਰਭੂ ਜੀ ਇਹਨਾਂ ਦੁੱਖਾਂ ਦੇ ਵਿੱਚ ਤੂੰ ਉਸਦਾ ਸਾਥ ਦੇ ਰਹੀ। ਉਸਨੂੰ ਕੁਛ ਨਹੀਂ ਪਤਾ ਕਿ ਪ੍ਰਭੂ ਜੀ ਹਨੇਰੇ ਦੇ ਬਾਅਦ ਜਿਹੜੀ ਅਗਲਾ ਦਿਨ ਚੜ੍ਹਨਾ ਉਹ ਕਿੰਨਾ ਸੁੰਦਰ। ਸੋ ਪ੍ਰਭੂ ਜੀ ਅਸੀਂ ਸਾਡੇ ਵਿੱਚੋਂ ਵੀ ਕਈ ਭੈਣ ਭਰਾ ਹਨੇਰੇ ਦੇ ਵਿੱਚ ਵੀ ਗੁਜ਼ਰਦੇ, ਸਾਡੇ ਕਈ ਬੱਚੇ ਹਨੇਰੇ ਦੇ ਵਿੱਚ ਵੀ ਗੁਜ਼ਰਦੇ ਪਏ। ਪਿਆਰੇ ਪ੍ਰਭੂ ਤੂੰ ਆਪਣੀ ਕਿਰਪਾ ਕਰ ਔਰ ਸਾਡਾ ਭਰੋਸਾ ਤੂੰ ਆਪਣੇ ਉੱਤੇ ਬਣਾ ਕੇ ਰੱਖ। ਜਿਸ ਤਰ੍ਹਾਂ ਪ੍ਰਭੂ ਜੀ ਯਾਕੂਬ ਨੂੰ ਕੁਛ ਨਹੀਂ ਪਤਾ ਕਿ ਉਸਦਾ ਪੁੱਤਰ ਜਿਉਂਦਾ ਕਿ ਮਰਿਆ ਹੈ, ਉਸਦੇ ਲਈ ਤਾਂ ਮਰਿਆ ਹੈ ਪ੍ਰਭੂ ਜੀ, ਪਰ ਤੂੰ ਕਿਸ ਤਰ੍ਹਾਂ ਪ੍ਰਭੂ ਜੀ ਉਸਨੂੰ ਕਿਹੜੇ ਰੂਪ ਦੇ ਵਿੱਚ ਦੇਣਾ ਉਸਨੂੰ ਇਸ ਚੀਜ਼ ਦਾ ਨਹੀਂ ਪਤਾ। ਪਿਆਰੇ ਪ੍ਰਭੂ ਪੁੱਤਰ ਹਨੇਰੇ ਦੇ ਵਿੱਚ ਵੀ ਗੁਜ਼ਰਦਾ ਪਿਆ ਔਰ ਦੂਸਰੇ ਪਾਸੇ ਬਾਪ ਹਨੇਰੇ ਦੇ ਵਿੱਚ ਬੈਠਾ, ਪਰ ਚਾਨਣ ਪ੍ਰਭੂ ਜੀ ਦੂਜੇ ਪਾਸੇ। ਦਿਨ ਦੋਨਾਂ ਲਈ ਚੜ੍ਹਨਾ ਬਰਕਤ ਤੂੰ ਨਾ। ਪਿਆਰੇ ਪ੍ਰਭੂ ਅਸੀਂ ਆਪਣੇ ਸਾਰੇ ਸਮੇਂ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ, ਆਪਣੇ ਬੱਚਿਆਂ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਦੇ ਹਾਂ।
ਹਿੰਦੁਸਤਾਨ ਦੇ ਵਿੱਚ ਪ੍ਰਭੂ ਜੀ ਸਾਨੂੰ ਪਤਾ ਕਿ ਇਸ ਵੇਲੇ ਕੋਈ ਘਰ ਐਸਾ ਨਹੀਂ ਜਿਸ ਦੇ ਵਿੱਚ ਪ੍ਰਭੂ ਜੀ ਰੋਣ ਧੋਣ ਨਹੀਂ ਪਿਆ ਹੈ, ਡਰ ਨਹੀਂ। ਪਿਆਰੇ ਪ੍ਰਭੂ ਤੂੰ ਸਾਡੇ ਮੁਲਕ ਦੇ ਉੱਤੇ ਰਹਿਮ ਕਰ, ਦਇਆ ਕਰ। ਔਰ ਪ੍ਰਭੂ ਜੀ ਇਸ ਬੜਾ ਨੂੰ ਤੂੰ ਜਲਦੀ ਤੋਂ ਜਲਦੀ ਪ੍ਰਭੂ ਜੀ ਇਸ ਦੇ ਉੱਤੇ ਆਪਣਾ ਰਹਿਮ ਕਰ, ਆਪਣਾ ਹੁਕਮ ਕਰ ਕੇ ਖੜ ਜਾਏ, ताकि प्रभु जी बहुतियां तक तेरा रहम पहुंच जाए। तू तो मीह दोनों ते बरौना, प्रभु जी सूरज दोनों ते चढ़ाना। इस करके खुदावन तू साडे मुल्क दे उत्ते रहम कर। छोटे छोटे मुल्क जो आले दुआले प्रभु जी जिन्हां दी गलबात इन्नी नहीं हुंदी, उन्हां उत्ते भी रहम कर। पाकिस्तान दे, अफगानिस्तान दे विच प्रभु जी, नेपाल दे विच और इसे तरह श्रीलंका दे विच खुदावन तो सारे इलाकियां दे विच इस वेले हाहाकार मची पई, उन्हां कोल रिसोर्सेस भी नहीं। सो प्रभु जी तू अपना रहम, अपनी दया कर और सानू साडे ते भी रहम कर खुदावन कि असीं अपने भैणां भरावां दे लई खड़े हो सकीए। ते सारे समय नूं असीं तेरे हत्थां च दिंदे हां, जद तक असीं दुआरा मिलीए प्रभु जी तेरा रहम, तेरी कुदरत, तेरी दया साडे सब दे नाल बनी रहे। मसीह यीशु दे मिठे और प्यारे सारे भैन भरा ब्लैस यू। प्रभु तुहानू बरकत दे और असीं कल नूं हुण 40वें भाव तो अगे बढ़ांगे। इट्स गोना बी अ ब्लेसिंग।